हेलो। बहुत ही सत्कारत जोग्राफी विषय पढ़ाउंदे लैक्चरर साहबान ਅਤੇ ਪਿਆਰੇ ਵਿਦਿਆਰਥੀਓ, ਅੱਜ ਦੇ ਇਸ ਲੈਕਚਰ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਸੋ ਮੈਂ ਯਾਦਵਿੰਦਰ ਸਿੰਘ ਅੱਜ ਤੁਹਾਡੇ ਲਈ ਇੱਕ ਨਵਾਂ ਟੌਪਿਕ ਜਿਹੜਾ ਸਾਡੀ 12ਵੀਂ ਜਮਾਤ ਦੀ ਭੂਗੋਲ ਦੀ ਕਿਤਾਬ ਵਿੱਚੋਂ ਹੈ, ਭਾਰਤ ਵਿੱਚ ਖੇਤੀ ਦੀਆਂ ਕਿਸਮਾਂ, ਟਾਈਪਸ ਆਫ ਐਗਰੀਕਲਚਰ ਇਨ ਇੰਡੀਆ ਲੈ ਕੇ ਆਏ ਹਾਂ। ਸੋ ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਖੇਤੀਬਾੜੀ ਦੀਆਂ ਜਿਹੜੀਆਂ ਵੱਖ-ਵੱਖ ਕਿਸਮਾਂ ਹੈਗੀਆਂ, ਕਿਸ ਤਰ੍ਹਾਂ ਖੇਤੀਬਾੜੀ ਪੁਰਾਤਨ ਸਮਿਆਂ ਵਿੱਚ ਕੀਤੀ ਜਾਂਦੀ ਸੀ ਅਤੇ ਕਿਸ ਤਰ੍ਹਾਂ ਖੇਤੀ ਹੁਣ ਕੀਤੀ ਜਾਂਦੀ ਹੈ ਅਤੇ ਕੀ ਉਹਦੇ ਵਿੱਚ ਚੇਂਜਸ ਆਈਆਂ। ਸੋ ਇਹ ਸਾਰੀ ਗੱਲਬਾਤ ਆਪਾਂ ਡਿਟੇਲ ਵਿੱਚ ਕਰਾਂਗੇ। ਇਸ ਤੋਂ ਪਹਿਲਾਂ ਵਿਦਿਆਰਥੀਓ ਕਿ ਆਪਾਂ ਗੱਲਬਾਤ ਸ਼ੁਰੂ ਕਰੀਏ, ਮੇਰੀ ਬੇਨਤੀ ਹੈ ਸਮੂਹ ਲੈਕਚਰਰ ਸਾਹਿਬਾਨਾਂ ਨੂੰ ਕਿ ਵਿਦਿਆਰਥੀਆਂ ਨੂੰ ਕਾਪੀ ਪੈਨ ਲੈ ਕੇ ਉਹਨਾਂ ਨੂੰ ਆਪਾਂ ਹੌਸਲਾ ਦੇਈਏ ਕਿ ਉਹ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ, ਜਿਹੜੀਆਂ ਕਿਤਾਬ ਤੋਂ ਵੱਖਰੀਆਂ ਨੇ, ਉਹਨਾਂ ਨੂੰ ਆਪਣੀ ਕਾਪੀ ਦੇ ਵਿੱਚ ਚੰਗੀ ਤਰ੍ਹਾਂ ਲਿਖ ਲੈਣ ਤਾਂ ਕਿ ਇਹ ਜਿਹੜੀਆਂ ਚੀਜ਼ਾਂ ਦੁਬਾਰਾ ਸਾਨੂੰ ਯਾਦ ਨਾ ਕਰਵਾਉਣੀਆਂ ਪੈਣ। ਸੋ ਇਹ ਜੇਕਰ ਵਿਦਿਆਰਥੀ ਲਿਖ ਲੈਣਗੇ ਤਾਂ ਉਹ ਐਗਜ਼ਾਮ ਦੇ ਵਿੱਚ ਅਤੇ ਆਪਣੇ ਭਵਿੱਖ ਦੇ ਵਿੱਚ ਜਿੰਨੀਆਂ ਵੀ ਪ੍ਰੀਖਿਆਵਾਂ ਨੇ ਉਹਦੇ ਵਿੱਚ ਚੰਗੇ ਮਾਰਕਸ ਲੈ ਸਕਦੇ ਨੇ। ਸੋ ਵਿਦਿਆਰਥੀਓ, ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ 2-4 ਗੱਲਾਂ ਬਾਤਾਂ ਨਵੰਬਰ ਟੈਸਟ ਜਿਹੜਾ ਆਪਾਂ ਟਰਮ 1 ਦੀਆਂ ਗੱਲਾਂ ਨੇ, ਕਿਉਂਕਿ ਇਸ ਸਾਲ ਸਰਕਾਰਾਂ ਨੇ ਜਿਹੜਾ ਐਗਜ਼ਾਮੀਨੇਸ਼ਨ ਪੈਟਰਨ ਹੈ ਸਾਡਾ ਉਹ ਪੂਰੇ ਸਾਲ ਨੂੰ 2 ਟਰਮਾਂ ਦੇ ਵਿੱਚ ਵੰਡਿਆ ਹੈ, ਇੱਕ ਫਸਟ ਟਰਮ, ਇੱਕ ਸੈਕਿੰਡ ਟਰਮ। ਸੋ ਫਸਟ ਟਰਮ ਦੇ ਜਿਹੜੇ ਇਮਤਿਹਾਨ ਨੇ ਨਵੰਬਰ ਜਾਂ ਦਸੰਬਰ, ਹਾਲੇ ਤੱਕ ਪੂਰਾ ਤੈਅ ਨਹੀਂ ਹੋਇਆ ਪਾਇਆ ਹੈ, ਤਾਂ ਉਹਦੇ ਵਿੱਚ 50% ਜਿਹੜਾ ਸਿਲੇਬਸ ਹੈ ਉਹ ਤੁਹਾਨੂੰ ਆਉਣਾ ਹੈ ਅਤੇ ਲਗਭਗ 50% ਸਿਲੇਬਸ ਦੇ ਵਿੱਚ ਜਿਹੜੇ 5 ਚੈਪਟਰ ਤੁਹਾਡੇ ਬਣਦੇ ਆ ਜੋਗਰਾਫੀ ਵਿਸ਼ੇ ਵਿੱਚੋਂ, ਤਾਂ ਉਹ 5 ਦੇ 5 ਚੈਪਟਰਾਂ ਦੇ ਜਿਹੜੇ MCQ ਬੇਸਡ ਕੁਐਸਚਨਸ ਪਲੱਸ ਮੈਪ ਬੇਸਡ ਕੁਐਸਚਨ ਪਲੱਸ ਆਪਾਂ ਕਹਿ ਸਕਦੇ ਹਾਂ ਫਿਲਪ ਜਾਂ ਆਪਾਂ ਜਿਹੜੀਆਂ ਟਰੂ ਫਾਲਸ ਆਪਾਂ ਕਹਿ ਸਕਦੇ ਹੈਗੇ ਹਾਂ, ਇਸ ਤਰ੍ਹਾਂ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਦਾ ਜਿਹੜਾ ਹੈਗਾ ਤੁਸੀਂ ਨੇ ਟੈਸਟ ਦੇਣਾ ਹੈ, ਜਿਹੜਾ ਕਿ ਬਹੁਤ ਨੇੜੇ ਹੈ। ਤਾਂ ਮੇਰੀ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਹੈ, ਪੂਰੇ ਲੈਕਚਰਰ ਸਾਹਿਬਾਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਵਿਦਿਆਰਥੀਆਂ ਨੂੰ ਉਹ ਥੋਰਲੀ ਸਟੱਡੀ ਕਰਾਉਣ। ਸਾਡੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਭੂਗੋਲ ਦੀ ਕਿਤਾਬ ਹੈ ਉਸ ਨੂੰ ਬੜਾ ਹੀ ਜਿਹੜਾ ਉਹ ਸੁਖਾਲੇ ਤਰੀਕੇ ਦੇ ਨਾਲ ਥੋਰਲੀ ਜਿਹੜਾ ਹੈਗਾ ਉਹਨਾਂ ਨੂੰ MCQs ਬੇਸਡ ਕੁਐਸਚਨ ਨੇ ਜਿਹੜੇ ਉਹ ਕਰਾਉਣ। ਚਲੋ ਇਹ ਗੱਲਾਂ ਜ਼ਰੂਰੀ ਬਣਦੀਆਂ ਸੀ, ਬਾਅਦ ਦੇ ਵਿੱਚ ਟਾਈਮ ਨਹੀਂ ਮਿਲਦਾ, ਤਾਂ ਇਸ ਕਰਕੇ ਮੈਂ ਤੁਹਾਡੇ ਨਾਲ ਕੀਤੀਆਂ ਨੇ। ਸੋ ਹੁਣ ਆਪਾਂ ਅੱਜ ਦਾ ਜਿਹੜਾ ਵਿਸ਼ਾ ਉਹ ਸ਼ੁਰੂ ਕਰਦੇ ਹਾਂ, ਦੈਟ ਇਜ਼ ਟਾਈਪਸ ਆਫ ਐਗਰੀਕਲਚਰ ਇੰਡੀਆ, ਭਾਰਤ ਵਿੱਚ ਖੇਤੀ ਦੀਆਂ ਕਿਸਮਾਂ। ਸੋ ਵਿਦਿਆਰਥੀਓ, ਇੱਥੇ ਤੁਹਾਨੂੰ ਮੈਂ ਇੱਕ ਚਾਰਟ ਜਿਹੜਾ ਹੈ ਉਹ ਸ਼ੇਅਰ ਕੀਤਾ ਹੈ। ਇਸ ਚਾਰਟ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਇੱਕ ਪਾਸੇ ਐਗਰੀਕਲਚਰ ਲਿਖਿਆ ਹੈ ਅਤੇ ਦੂਸਰੇ ਪਾਸੇ ਉਸ ਦੀਆਂ ਜਿਹੜੀਆਂ ਐਗਰੀਕਲਚਰ ਨੂੰ 2 ਤਰ੍ਹਾਂ ਦੀ ਖੇਤੀਬਾੜੀ ਦੇ ਵਿੱਚ ਵੰਡਿਆ ਗਿਆ ਹੈ, ਇੱਕ ਹੈ ਸਬਸਿਸਟੈਂਸ, ਇੱਕ ਹੈ ਕਮਰਸ਼ੀਅਲ। ਸੋ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਮਰਸ਼ੀਅਲ ਹੈ, ਇੱਕ ਕਮਰਸ਼ੀਅਲ ਹੋ ਗਿਆ ਅਤੇ ਇੱਕ ਹੋ ਗਿਆ ਸਬਸਿਸਟੈਂਸ। ਸੋ ਸਬਸਿਸਟੈਂਸ ਹੁੰਦੀ ਹੈ ਆਤਮ ਨਿਰਬਾਹ ਖੇਤੀ, ਸਬਸਿਸਟੈਂਸ ਨੂੰ ਅਸੀਂ ਕੀ ਕਹਿੰਦੇ ਹਾਂ, ਆਤਮ ਨਿਰਬਾਹ ਖੇਤੀ। ਅਤੇ ਕਮਰਸ਼ੀਅਲ ਜਿਹੜਾ ਜਿੱਥੋਂ ਅਸੀਂ ਨੇ ਕੁਛ ਮੁਨਾਫਾ ਕਮਾਉਣਾ ਹੋਵੇ, ਜਿਹੜਾ ਇੰਡਸਟਰੀਅਲ ਸੈਕਟਰ ਦੇ ਵਿੱਚ ਅਸੀਂ, ਜਿਵੇਂ ਅੱਜ ਕੱਲ੍ਹ ਬਹੁਤ ਸਾਰੀ ਜਿਹੜੀ ਆਪਾਂ ਝੋਨਾ ਹੈ ਜਿਹੜਾ ਉਹ ਮੰਡੀਆਂ ਦੇ ਵਿੱਚ ਜਾਣ ਵੀ ਲੱਗ ਚੁੱਕਿਆ ਹੈਗਾ। ਸੋ ਉਸ ਨੂੰ ਅਸੀਂ ਵੇਚਣ, ਜਿਹੜੀਆਂ ਅਸੀਂ ਮੰਡੀਆਂ ਦੇ ਵਿੱਚ ਝੋਨਾ ਵੇਚਦੇ ਹਾਂ, ਉਹ ਕਮਰਸ਼ੀਅਲ ਸੈਕਟਰ ਦੇ ਵਿੱਚ ਜਾਂਦਾ ਅੱਗੇ, ਫਿਰ ਉਹਨਾਂ ਤੋਂ ਅੱਗੇ ਪ੍ਰੋਡਕਟਸ ਬਣਦੇ ਨੇ, ਉਹਨੂੰ ਅਸੀਂ ਕਮਰਸ਼ੀਅਲ ਸੈਕਟਰ ਦਾ ਆਪਾਂ ਖੇਤੀਬਾੜੀ ਕਹਿ ਸਕਦੇ ਹਾਂ, ਜਿਹਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਹੜੀ ਹੈ ਮਸ਼ੀਨਰੀ ਦਾ ਇਸਤੇਮਾਲ ਹੁੰਦਾ ਹੈ।
ਤਾਂ ਇਹ ਜਿਹੜਾ ਹਲਕਾ ਜਿਹਾ ਚਾਰਟ ਮੈਂ ਤੁਹਾਡੇ ਰੂਬਰੂ ਤਾਂ ਕਰ ਰਹੇ ਹਾਂ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਅੱਜ ਅਸੀਂ ਪੜ੍ਹਨਾ ਕੀ ਹੈ। ਸਬਸਿਸਟੈਂਸ ਦੇ ਵਿੱਚ ਅੱਗੇ ਅਸੀਂ ਫਾਰਮਿੰਗ ਦੀਆਂ ਜਿਹੜੀਆਂ ਅੱਗੇ ਕਿਸਮਾਂ ਅੱਗੇ ਹੈਗੀਆਂ ਨੇ, ਸੋ ਉਹਦੇ ਵਿੱਚ ਦੋ ਅੱਗੇ ਫਾਰਮਿੰਗ ਦੀਆਂ ਕਿਸਮਾਂ, ਇੱਕ ਟਿਲੇਜ ਫਾਰਮਿੰਗ ਆ ਜਾਂਦੀ ਹੈ, ਇੱਕ ਸ਼ਿਫਟਿੰਗ ਫਾਰਮਿੰਗ ਆ ਜਾਂਦੀ ਹੈ। ਸ਼ਿਫਟਿੰਗ ਦੇ ਵਿੱਚ ਵੀ ਅੱਗੇ ਦੋ ਨੇ, ਇੱਕ ਪ੍ਰਿਮਿਟਿਵ, ਇੱਕ ਇੰਟੈਂਸ ਆ ਜਾਂਦੀ ਹੈ। ਸੋ ਇੰਟੈਂਸ ਦੇ ਵਿੱਚ ਵੀ ਅੱਗੇ ਦੋ ਨੇ। ਇੰਟੈਂਸ ਦੇ ਵਿੱਚ ਇੱਕ ਰਾਈਸ ਜਿਹਨੂੰ ਆਪਾਂ ਝੋਨਾ ਕਹਿ ਦਿੰਦੇ ਹਾਂ, ਠੀਕ ਹੈ, ਉਗਾਉਣ ਨੂੰ ਕਹਿ ਦਿੰਦੇ ਨੇ, ਦੂਜਾ ਨੌਨ ਰਾਈਸ ਨੂੰ ਆਪਾਂ ਕਹਿ ਦਿੰਦੇ ਹੈਗੇ ਹਾਂ। ਸਬਸਟੀਟਿਊਸ਼ਨਸ ਦੇ ਵਿੱਚ ਦੂਸਰੀ ਜਿਹੜੀ ਕਿਸਮ ਆ ਜਾਂਦੀ ਹੈ ਪੈਸਟੋਰਲ। ਪੈਸਟੋਰਲ ਦੇ ਵਿੱਚ ਅਸੀਂ ਜਿਵੇਂ ਅਸੀਂ ਲਾਈਵ ਸਟਾਕ ਜਿਹੜੇ ਪਾਲਦੇ ਹੈਗੇ ਆ, ਨੋਮੈਡਿਕ ਹਰਡਿੰਗ ਹੁੰਦੀ ਹੈ, ਭੇਡਾਂ ਨੂੰ ਦੂਰ ਦੂਰ ਤੱਕ ਅਸੀਂ ਦੇਖਿਆ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਭੇਡਾਂ ਨੇ ਜਾਂ ਬੱਕਰੀਆਂ ਨੇ ਜਾਂ ਗੁੱਜਰ ਟਾਈਪ ਦੇ ਲੋਕ ਨੇ ਜਿਹੜੇ ਕਿ ਉਹ ਮੱਝਾਂ ਗਾਵਾਂ ਨੂੰ ਲਈ ਫਿਰਦੇ ਆ, ਤੁਰੇ ਫਿਰਦੇ ਰਹਿੰਦੇ ਆ, ਕਦੇ ਕਿਤੇ ਚਲੇ ਗਏ, ਕਦੇ ਕਿਤੇ ਚਲੇ ਗਏ। ਸੋ ਉਸ ਤੋਂ ਅਸੀਂ ਪੈਸਟੋਰਲ ਲੈਂਦੇ ਹਾਂ। ਫਿਰ ਇੱਕ ਨੋਮੈਡਿਕ ਆ ਜਾਂਦਾ ਹੈ। ਸੋ ਉਸ ਦੇ ਥੱਲੇ ਇੱਕ ਲਾਈਵ ਸਟਾਕ ਐਂਡ ਗ੍ਰੇਨ। ਲਾਈਵ ਸਟਾਕ ਅਸੀਂ ਜਿਵੇਂ ਮੱਝਾਂ ਗਾਵਾਂ ਦਾ ਕੋਈ ਫਾਰਮ ਖੋਲ੍ਹ ਲਿਆ ਅਤੇ ਨਾਲ ਹੀ ਉੱਥੇ ਅਸੀਂ ਮੱਕੀ ਉਗਾ ਲਈ, ਨਾਲ ਹੀ ਕਣਕ ਉਗਾ ਲਈ, ਅਤੇ ਉੱਥੇ ਅਸੀਂ ਜਿਹੜੀ ਉਹ ਮਤਲਬ ਕਿ ਉਹਨਾਂ ਨੂੰ ਉੱਥੋਂ ਵੱਢ ਕੇ ਪਾਈ ਗਏ, ਅਤੇ ਉਹ ਨਾਲ ਅਸੀਂ ਉਸ ਨੂੰ ਵੀ ਇਸ ਤਰ੍ਹਾਂ ਖੇਤੀਬਾੜੀ ਦਾ ਜਿਹੜਾ ਇੱਕ ਫਾਰਮਿੰਗ ਦਾ ਰੂਪ ਦਿੰਦੇ ਹਾਂ। ਦੂਸਰੇ ਪਾਸੇ ਅਸੀਂ ਕਮਰਸ਼ੀਅਲ 'ਚ ਆ ਜਾਂਦੇ ਹਾਂ। ਕਮਰਸ਼ੀਅਲ ਦੇ ਵਿੱਚ ਫਾਰਮਿੰਗ ਹੈ, ਦੇਖੋ ਇੱਕ ਫਾਰਮਿੰਗ ਹੈਗੀ ਹੈ ਜਿਹਦੇ ਵਿੱਚ ਇੱਕ ਗ੍ਰੇਨ ਫਾਰਮਿੰਗ ਆ ਜਾਂਦੀ ਹੈ, ਜਿਸ ਦੇ ਵਿੱਚ ਅਸੀਂ ਦਾਣੇਦਾਰ ਫਸਲਾਂ ਹੀ ਲੈਂਦੇ ਹਾਂ। ਇੱਕ ਪਲਾਂਟੇਸ਼ਨ ਆ ਜਾਂਦੀ ਆ ਜਿਹਦੇ ਵਿੱਚ ਅਸੀਂ ਪਲਾਂਟੇਸ਼ਨ ਐਗਰੀਕਲਚਰ ਕਰਦੇ ਹਾਂ, ਜਿਵੇਂ ਆਪਾਂ ਕੌਫੀ ਦੀ ਗੱਲ ਕਰੀਏ ਜਾਂ ਰਬੜ ਪਲਾਂਟ ਟਰੀ ਦੀ ਗੱਲ ਕਰੀਏ। ਤਾਂ ਦੂਸਰੇ ਪਾਸੇ ਇੱਥੇ ਪੈਸਟੋਰਲ ਦੇ ਵਿੱਚ ਲਾਰਜ ਸਕੇਲ 'ਤੇ ਜਿਹੜਾ ਹੈਗਾ ਧੰਦਾ ਕੀਤਾ ਜਾਂਦਾ ਹੈ, ਜਿਹਦੇ ਵਿੱਚ ਮੀਟ ਅਤੇ ਡਾਇਰੀ ਪ੍ਰੋਡਕਟਸ ਤਿਆਰ ਕੀਤੇ ਜਾਂਦੇ ਹੈਗੇ ਆ। ਲਾਈਵ ਸਟਾਕ ਅਤੇ ਗ੍ਰੇਨ, ਇਹ ਜਿਵੇਂ ਆਪਾਂ ਸਬਸਟੈਂਸ ਦੇ ਵਿੱਚ ਕਿਹਾ ਸੀ, ਸਬਸਟੈਂਸ ਦੇ ਵਿੱਚ ਹੈ ਜਿਹੜੀ ਉਹ ਆਤਮ ਨਿਰਭਰ ਖੇਤੀ ਸਿਰਫ ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹਿੰਦੀ ਹੈ, ਪਰ ਇਸ 'ਤੇ ਅਸੀਂ ਇੰਡਸਟਰੀਅਲ ਸੈਕਟਰ ਦੇ ਲਈ ਵੀ ਜਾਨਵਰ ਪਾਲਦੇ ਹਾਂ ਅਤੇ ਉਹਨਾਂ ਨੂੰ ਅਸੀਂ ਸਪਲਾਈ ਕਰਦੇ ਹਾਂ। ਥੱਲੇ ਇੱਕ ਹੋਰ ਟਾਈਪ ਹੈ ਸਪੈਸ਼ਲ, ਉਹ ਮੈਡੀਟੇਰੀਅਨ ਅਤੇ ਮੈਡੀਟੇਰੀਅਨ ਅਤੇ ਮਾਰਕੀਟ ਗਾਰਡਨਿੰਗ ਦੀ ਅਸੀਂ ਗੱਲ ਕਰਦੇ ਹੈਗੇ ਹਾਂ, ਪਰ ਇਹ ਸਾਡੇ ਸਿਲੇਬਸ ਤੋਂ ਪਰੇ ਨੇ, ਇਸ ਬਾਰੇ ਅਸੀਂ ਗੱਲ ਜਿਹੜਾ ਨਹੀਂ ਕਰਾਂਗੇ। ਸੋ ਚਲੋ ਹੁਣ ਅਸੀਂ ਜਿਹੜਾ ਸਾਡੇ ਨਾਲ ਸਿਲੇਬਸ ਨਾਲ ਜੁੜੀਆਂ ਹੋਈਆਂ ਗੱਲਾਂ ਹੈ ਉਹੀ ਕਰਾਂਗੇ। ਸੋ ਹੁਣ ਆਪਾਂ ਆਉਣੀ ਆ ਪਹਿਲੇ ਜਿਹੜੀ ਫਾਰਮਿੰਗ ਹੈ ਸਾਡੀ ਉਹ ਕਿਹੜੀ ਹੈ, ਉਸ ਦੇ ਉੱਪਰ ਗੱਲਬਾਤ ਕਰਦੇ ਹਾਂ। ਸੋ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੁਰਾਤਨ ਸਮੇਂ ਤੋਂ ਹੀ ਜਿਹੜਾ ਮਨੁੱਖ ਹੈ ਉਹ ਖੇਤੀਬਾੜੀ ਦੇ ਧੰਦੇ 'ਤੇ ਡਿਪੈਂਡ ਕਰ ਰਿਹਾ। ਤਕਰੀਬਨ ਜੇਕਰ ਇੰਡੀਆ ਦੀ ਗੱਲ ਕਰੀਏ ਤਾਂ ਤਕਰੀਬਨ 65 ਤੋਂ ਲੈ ਕੇ 70% ਜਿਹੜੇ ਲੋਕ ਨੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਖੇਤੀਬਾੜੀ ਦੇ ਧੰਦਿਆਂ ਦੇ ਵਿੱਚ ਜੁੜੇ ਹੋਏ ਨੇ। ਸੋ ਖੇਤੀਬਾੜੀ ਕਰਨ ਦੇ ਲਈ ਸਾਨੂੰ ਜਿਹੜੀਆਂ ਮੁੱਖ ਜ਼ਰੂਰਤਾਂ ਹੁੰਦੀਆਂ ਨੇ ਸਾਡੀਆਂ, ਉਹ ਮੁੱਖ ਜ਼ਰੂਰਤਾਂ ਕੀ ਨੇ ਕਿ ਇੱਕ ਤਾਂ ਜਿਹੜੀ ਜ਼ਮੀਨ ਹੈ ਉਹ ਦੀ ਜਿਹੜੀ ਪ੍ਰਕਿਰਤੀ ਹੈ, ਨੇਚਰ ਆਫ ਲੈਂਡ ਆ, ਉਹ ਜ਼ਮੀਨ ਹੈ ਜਿਹੜੀ ਉਹ ਉਪਜਾਊ ਹੋਣੀ ਚਾਹੀਦੀ ਹੈ। ਦੂਸਰੀ ਜਿਹੜੀ ਗੱਲ ਅਸੀਂ ਕਰਦੇ ਹਾਂ ਇੱਥੇ, ਤਾਂ ਜਿਹੜੀ ਜਲਵਾਯੂ ਹੈ, ਜਲਵਾਯੂ ਦੀ ਆਪਾਂ ਗੱਲ ਕਰਦੇ ਹੈਗੇ ਹਾਂ। ਜਿਹੜੀ ਜਲਵਾਯੂ ਹੈ ਉਹ ਸਾਡੀ ਬਹੁਤ ਵਧੀਆ ਹੋਣੀ ਚਾਹੀਦੀ ਹੈ ਖੇਤੀਬਾੜੀ ਕਰਨ ਵਾਸਤੇ। ਸੋ ਦੂਸਰੀ ਗੱਲ ਅਸੀਂ ਜਲਵਾਯੂ ਦੀ ਕਰਦੇ ਹਾਂ ਵੀ ਜਲਵਾਯੂ, ਅਤੇ ਤੀਸਰੀ ਜਿਹੜੀ ਗੱਲ ਹੈਗੀ ਹੈ ਸਿੰਚਾਈ ਸਹੂਲਤਾਂ ਦੀ ਗੱਲ ਕਰਦੇ ਹਾਂ। ਮੈਂ ਥੱਲੇ ਪਿਕਚਰਾਂ ਵੀ ਲਗਾਈਆਂ ਨੇ ਵੀ ਪਹਿਲੀ ਦੇ ਵਿੱਚ ਮਿੱਟੀ ਦੀ ਗੱਲ ਹੋ ਰਹੀ ਹੈ, ਦੂਸਰੀ ਦੇ ਵਿੱਚ ਜਲਵਾਯੂ ਦੀ ਗੱਲ ਹੋ ਰਹੀ ਹੈ, ਅਤੇ ਤੀਸਰੀ ਦੇ ਵਿੱਚ ਸਿੰਚਾਈ ਦੀ ਗੱਲ ਹੋ ਰਹੀ ਹੈ। ਸੋ ਜੇ ਇਹ ਤਿੰਨੇ ਚੀਜ਼ਾਂ ਸਾਡੇ ਕੋਲ ਉਪਲਬਧ ਨੇ ਚੰਗੀ ਤਰ੍ਹਾਂ, ਤਾਂ ਖੇਤੀਬਾੜੀ ਜਿਹੜਾ ਕਹਿ ਸਕਦੇ ਵੀ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਤਾਂ ਹੀ ਜਿਹੜਾ ਫਾਰਮਰਸ ਇਨ ਇੰਡੀਆ ਪ੍ਰੈਕਟਾਈਜ਼ ਜਿਹੜੇ ਡਿਫਰੈਂਟ ਟਾਈਪਸ ਆਫ ਫਾਰਮਿੰਗ ਹੈ ਆਪਾਂ ਉਹ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਹੈਗੇ ਹਾਂ। ਸੋ ਭਾਰਤ ਦੇ ਕਿਸਾਨ ਵੱਖ-ਵੱਖ ਕਿਸਮਾਂ ਦੀ ਖੇਤੀ ਕਰ ਸਕਦੇ ਹੈਗੇ ਆ। ਸੋ ਉਹ ਕਿਹੜੀ ਵੱਖ-ਵੱਖ ਕਿਸਮਾਂ ਦੀ ਖੇਤੀ ਹੈ ਉਹਦੇ ਬਾਰੇ ਅਸੀਂ ਹੁਣ ਵਿਚਾਰ ਵਟਾਂਦਰਾ ਕਰਾਂਗੇ। ਸੋ ਧਿਆਨ ਰੱਖਿਓ, ਸਭ ਤੋਂ ਪਹਿਲਾਂ ਅਸੀਂ ਜਿਹੜੀ ਗੱਲ ਕਰਾਂਗੇ ਉਹ ਸਬਸਿਸਟੈਂਸ ਫਾਰਮਿੰਗ ਦੀ ਗੱਲ ਕਰਾਂਗੇ। ਸਬਸਿਸਟੈਂਸ ਫਾਰਮਿੰਗ ਮੈਂ ਚਾਰਟ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਸੀ। ਸਬਸਿਸਟੈਂਸ ਫਾਰਮਿੰਗ
ਤੇ ਉਹਦੇ ਵਿੱਚ ਕੀ ਫਾਇਦੇ ਨੇ ਕੀ ਨੁਕਸਾਨ ਨੇ ਉਹਦੀਆਂ ਗੱਲਾਂ ਕਰਾਂਗੇ। ਵਿਦਿਆਰਥੀਓ ਮੈਂ ਤਾਂ ਇਹ ਕਹੂੰਗਾ ਕਿ ਹਰ ਇੱਕ ਕਿਸਾਨ ਨੂੰ ਬੇਸ਼ੱਕ ਉਹ ਕਮਰਸ਼ੀਅਲ ਲੈਵਲ ਤੇ ਕਰ ਰਿਹਾ ਹੈ, ਪਰ ਜਿਵੇਂ ਅਸੀਂ ਹੁਣ ਸਾਡਾ ਜਿਹੜਾ ਵਾਤਾਵਰਨ ਖਰਾਬ ਹੋਈ ਜਾਂਦਾ ਹੈ, ਪੋਲੂਸ਼ਨ ਰੇਟ ਵੱਧ ਰਿਹਾ ਹੈ, ਜਿਹੜੀਆਂ ਫਸਲਾਂ ਨੇ ਉਹ ਰੇਹਾਂ ਸਪਰੇਹਾਂ ਤੋਂ ਬਿਨਾਂ ਨਹੀਂ ਹੁੰਦੀਆਂ, ਤਾਂ ਇੱਥੇ ਮੈਂ ਇੱਕ ਸਬਸਟੈਂਸ ਫਾਰਮਿੰਗ ਦੀ ਜਿਹੜੀ ਇੱਕ ਬਹੁਤ ਵਧੀਆ ਉਦਾਹਰਨ ਹੈ ਕਿ ਜੇ ਹਰ ਇੱਕ ਕਿਸਾਨ ਆਪਣੇ ਬਹੁਤਾ ਨਹੀਂ ਤਾਂ ਘੱਟੋ ਘੱਟ 2-4 ਕਨਾਲਾਂ ਦੇ ਵਿੱਚ ਸਬਸਿਸਟੈਂਸ ਫਾਰਮਿੰਗ ਕਰੇ, ਨਾਲੇ ਤਾਂ ਉਹ ਭੁੱਖਾ ਨਾ ਮਰੇ, ਨਾਲੇ ਉਸ ਦੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਰਹੇਗੀ, ਨਾ ਉਸ ਨੂੰ ਬਿਮਾਰੀਆਂ ਲੱਗਣਗੀਆਂ, ਤਾਂ ਸਬਸਿਸਟੈਂਸ ਫਾਰਮਿੰਗ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਤਾਂ ਉਹਦਾ ਬੈਨੀਫਿਟ ਕੀ ਹੈ? ਇਹ ਸਸਟੇਨੇਬਲ ਸੋਰਸ ਆਫ ਫੂਡ, ਸਸਟੇਨੇਬਲ ਜਿਸ ਨੂੰ ਆਪਾਂ ਟਿਕਾਊ ਜਿਹੜਾ ਹੈਗਾ ਇੱਕ ਭੋਜਨ ਦਾ ਸਾਧਨ ਆਪਾਂ ਕਹਿ ਸਕਦੇ ਹਾਂ ਵੀ ਟਿਕਾਊ ਭੋਜਨ ਦਾ ਸਾਧਨ ਹੈ ਜਿਹੜਾ ਉਹ ਸਬਸਿਸਟੈਂਸ ਫਾਰਮਿੰਗ ਹੈ। ਪਿੱਛੇ ਤੁਹਾਨੂੰ ਮੈਂ ਇੱਕ ਪਿਕਚਰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਇੱਕ ਪਹਾੜੀ ਇਲਾਕੇ ਦੀ ਤਸਵੀਰ ਹੈ ਜਿਸ ਦੇ ਵਿੱਚ ਥੋੜ੍ਹੇ ਜਿਹੇ ਖਿੱਤੇ ਦੇ ਵਿੱਚ ਡਿਫਰੈਂਟ ਵੈਰਾਈਟੀ ਆਫ ਵੈਜੀਟੇਬਲਸ, ਜਿਵੇਂ ਆਪਾਂ ਕਹਿ ਲਈਏ ਵੀ ਜਿਹੜੀਆਂ ਘਰ ਦੀ ਜ਼ਰੂਰਤਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਘਰ ਦੇ ਵਿੱਚ ਨੋਰਮਲੀ ਅਸੀਂ ਕਹਿੰਦੇ ਨੇ ਵੀ ਨਾ ਨੂਣ ਨੂੰ ਛੱਡ ਕੇ, ਨੂਣ ਸਮੁੰਦਰੀ ਦੇ ਨੇੜੇ ਦੀ ਫਸਲ ਹੈ, ਸਮੁੰਦਰ ਜਿੱਥੇ ਖਾਰਾਪਣ ਹੁੰਦਾ ਉੱਥੇ ਨਮਕ ਹੈ ਜਿਹੜਾ ਉਹ ਬਣਾਇਆ ਜਾਂਦਾ ਹੈ। ਬਾਕੀ ਚੀਜ਼ਾਂ ਜਿਹੜੀਆਂ ਜਿਵੇਂ ਮਿਰਚਾਂ ਹੋ ਗਈਆਂ, ਹਲਦੀ ਹੋ ਗਈ, ਦੈਨ ਜਿਹੜੀਆਂ ਰੋਜ਼ ਦੇ ਰੂਟੀਨ ਦੇ ਵਿੱਚ ਖਾਣ ਵਾਲੀਆਂ ਸਾਡੀਆਂ ਸਬਜ਼ੀਆਂ ਹੋ ਗਈਆਂ, ਸੋ ਇਹ ਥੋੜ੍ਹੇ ਜਿਹੇ ਖਿੱਤੇ ਦੇ ਵਿੱਚ ਅਸੀਂ ਲਗਾ ਸਕਦੇ ਹਾਂ, ਜਿਸ ਨੂੰ ਅਸੀਂ ਆਤਮ ਨਿਰਬਾਹ ਖੇਤੀ ਕਰਦੇ ਹਾਂ, ਆਪਣੇ ਗੁਜ਼ਾਰੇ ਲਈ ਕਰਦੇ। ਅਤੇ ਇੱਕ ਤਾਂ ਇਹ ਬਿਲਕੁਲ ਹੀ ਔਰਗੈਨਿਕ ਟਾਈਪ ਦੀ ਮੈਨੂੰ ਖੇਤੀ ਹੈ ਜਿਹੜੀ ਉਹ ਜਾਪਦੀ ਹੈ ਵੀ ਇਹ ਜਿਹੜੀ ਖੇਤੀ ਅਗਰ ਸਬਸਿਸਟੈਂਸ ਟਾਈਪ ਆਫ ਫਾਰਮਿੰਗ ਅਗਰ ਕਰਦੇ ਹਾਂ ਤਾਂ ਇੱਕ ਔਰਗੈਨਿਕ ਫੂਡ ਹੈ ਸਾਨੂੰ ਉਹ ਮਿਲੂਗਾ, ਜਿਸ ਦੇ ਨਾਲ ਸਾਡੀ ਜਿਹੜੀ ਹੈਲਥ ਇਸ਼ੂਜ਼ ਨੇ ਉਹ ਘਟਣਗੇ। ਅਤੇ ਇੱਕ ਟਿਕਾਊ ਖੇਤੀ ਹੈ ਜਿਹੜੀ ਇੱਕ ਲੰਬੇ ਸਮੇਂ ਤੱਕ ਹੈ ਜਿਹੜੀ ਉਹ ਚੱਲੂਗੀ, ਕਿਉਂਕਿ ਇਹ ਖੇਤੀ ਹੈ ਜਿਹੜੀ ਜ਼ਮੀਨ ਦੀ ਜਿਹੜੀ ਫਰਟੀਲਿਟੀ ਹੈ, ਜਿਹਨੂੰ ਆਪਾਂ ਉਪਜਾਊਪਣ ਕਹਿੰਦੇ ਹਾਂ, ਉਹ ਬਰਕਰਾਰ ਰੱਖਦੀ ਹੈ। ਇਹ ਪਲੇਸ ਟੂ ਪ੍ਰੈਕਟਿਸ ਸਸਟੇਨੇਬਲ ਮੈਥਡਸ ਆਫ ਗਰੋਇੰਗ, ਗੈਦਰਿੰਗ ਫੂਡਸ ਐਂਡ ਯੂਜ਼ਿੰਗ ਨੈਚੁਰਲ ਰਿਸੋਰਸਿਸ। ਨੈਚੁਰਲ ਰਿਸੋਰਸਿਸ ਦੀ ਜਿਹੜੀ ਮੈਂ ਗੱਲ ਕਰਦਾ ਉਹ ਜਿਵੇਂ ਅਸੀਂ ਰੂੜੀ, ਪੰਜਾਬ ਦੇ ਵਿੱਚ ਰੂੜੀ ਵੀ ਕਹਿ ਜਾਂਦੇ ਹਾਂ, ਜਿਹਨੂੰ ਗੋਬਰ ਦੀ ਖਾਦ ਵੀ ਕਹਿ ਜਾਂਦੇ ਹਾਂ, ਅਸੀਂ ਉਹ ਪਾ ਕੇ ਜ਼ਮੀਨ ਦੀ ਫਰਟੀਲਿਟੀ ਨੂੰ ਬਰਕਰਾਰ ਰੱਖ ਕੇ ਅਸੀਂ ਇਹ ਫਸਲ ਹੈ ਜਿਹੜੀ ਉਹ ਕਰਦੇ ਹਾਂ, ਉਸ ਨੂੰ ਅਸੀਂ ਸਬਸਿਸਟੈਂਸ ਫਾਰਮਿੰਗ ਜਾਂ ਆਤਮ ਨਿਰਬਾਹ ਖੇਤੀ ਕਹਿ ਸਕਦੇ ਹਾਂ। ਐਂਡ ਗੁੱਡ ਫॉर ਦਾ ਸਾਇਲ ਐਂਡ ਲੋਕਲ ਈਕੋਸਿਸਟਮ। ਜਿਹੜੇ ਸਾਡੇ ਈਕੋਸਿਸਟਮਸ ਨੇ, ਜਿਹੜੀਆਂ ਭੋਜਨ ਲੜੀਆਂ ਨੇ, ਜਿਹੜੀਆਂ ਸਾਡੀਆਂ, ਜਿਵੇਂ ਅਸੀਂ ਅੱਜ ਜੀਰੀ ਦੇ ਕਲਚਰ ਵਿੱਚ ਪਏ ਹੋਏ ਹਾਂ, ਜੀਰੀ ਬੜੇ ਲਾਰਜ ਸਕੇਲ 'ਤੇ ਬੀਜਦੇ ਹਾਂ, ਅਤੇ ਜੀਰੀ ਨੂੰ ਅਸੀਂ ਫਸਲ ਕੱਟਣ ਤੱਕ ਅਸੀਂ ਉਹਦੇ ਵਿੱਚ ਰੇਹਾਂ ਸਪਰੇਹਾਂ ਦਾ ਜ਼ੋਰ ਲਾਈ ਜਾਂਦੇ ਹਾਂ। ਕਦੇ ਡੱਡੂ ਕੱਛੂਆਂ ਵਾਲੀ ਪਾਤੀ, ਕਦੇ ਐਂਡੋਸਲਫਾਨ ਪਾਤੀ, ਕਦੇ ਕਲੋਰੋ ਛਿੜਕਤੀ, ਜਿਹਦੇ ਨਾਲ ਸਾਡੇ ਜਿਹੜੇ ਈਕੋਸਿਸਟਮਸ ਨੇ ਉਹ ਖਰਾਬ ਹੋ ਰਹੇ ਨੇ, ਅਤੇ ਰਿਜ਼ਲਟਸ ਉਹਨਾਂ ਦੇ ਇੰਡਾਇਰੈਕਟਲੀ ਹੈ ਜਿਹੜੇ ਉਹ ਕਿੱਥੇ ਆ ਰਹੇ ਨੇਗੇ, ਉਹ ਰਿਜ਼ਲਟਸ ਸਾਨੂੰ ਹਿਊਮਨਸ ਨੂੰ ਵੀ ਭੁਗਤਣੇ ਪੈ ਰਹੇ ਨੇ। ਸਾਡੀ ਜਿਹੜੀ ਲੋਕਲ ਡਾਇਵਰਸਿਟੀ ਹੈ, ਫਲੋਰਾ ਅਤੇ ਫੌਨਾ, ਉਹ ਵੀ ਕਿਤੇ ਨਾ ਕਿਤੇ ਖਤਮ ਹੋ ਰਹੀ ਹੈ। ਅਸੀਂ ਜਿਹੜੀਆਂ ਦਵਾਈਆਂ, ਜਿਵੇਂ ਕੱਖਾਂ ਮਾਰਨ ਵਾਲੀ ਜਿਹੜੀ ਦਵਾਈ ਹੈ ਉਹ ਛਿੜਕਦੇ ਤਾਂ ਹੈਗੇ ਆ, ਪਰ ਉਸ ਦੇ ਨਾਲ ਜਿਹੜੇ ਸਾਡੇ ਯੂਜ਼ਫੁਲ ਜਿਹੜੇ ਬੂਟੇ ਹੁੰਦੇ ਆ, ਜਿਹੜੇ ਸਾਡੇ ਮਿੱਤਰ ਬੂਟੇ ਹੁੰਦੇ ਆ, ਮਿੱਤਰ ਜੀਵ ਹੁੰਦੇ ਆ, ਉਹ ਵੀ ਕਿਤੇ ਨਾ ਕਿਤੇ ਇਨਸੈਕਟੀਸਾਈਡਸ ਜਾਂ ਵੀਡੀਸਾਈਡਸ ਦੇ ਛਿੜਕਣ ਦੇ ਨਾਲ ਉਹ ਵੀ ਜਿਹੜੇ ਹੈਗੇ ਆ ਭੇਟਾ ਚੜ੍ਹ ਜਾਂਦੇ ਆ, ਉਹ ਵੀ ਵਿਚਾਰੇ ਮਰ ਜਾਂਦੇ ਆ, ਜਿਹਦੇ ਨਾਲ ਸਾਡਾ ਈਕੋਸਿਸਟਮ ਬਹੁਤ ਖਰਾਬ ਹੁੰਦਾ ਹੈਗਾ। ਪਰ ਇਸ ਜਿਹੜਾ ਸਬਸਿਸਟੈਂਸ ਟਾਈਪ ਆਫ ਫਾਰਮਿੰਗ ਜਦੋਂ ਕਰਾਂਗੇ, ਇਹ ਲੇਬਰ ਇਹਦੇ 'ਤੇ ਜੇ ਪੂਰਾ ਪਰਿਵਾਰ ਇਕੱਠਾ ਹੋ ਕੇ ਕਰਦਾ ਹੈ, ਨਾਲੇ ਤਾਂ ਸਾਨੂੰ ਅੱਜ ਕੱਲ੍ਹ ਜਿਹੜੇ ਅਸੀਂ ਜਿਮ ਖੋਲ੍ਹੇ ਹੋਏ ਨੇ ਉਹਨਾਂ ਵਿੱਚ ਜਾਣ ਦੀ ਲੋੜ ਨਹੀਂ। ਜਦੋਂ ਤੁਸੀਂ ਖੇਤ 'ਚ ਕੰਮ ਕਰੋਗੇ, ਜਿਹੜੇ ਕਿਸਾਨੀ ਤਬਕੇ ਨਾਲ ਜੁੜੇ ਹੋਏ ਸਟੂਡੈਂਟਸ ਨੇ, ਜਦੋਂ ਖੇਤਾਂ 'ਚ ਕੰਮ ਕਰਦੇ ਨੇ ਤਾਂ ਪਸੀਨਾ ਨਿਕਲਦਾ, ਸਿਹਤ ਵੀ ਜਿਹੜੀ ਉਹ ਬਰਕਰਾਰ ਰਹਿੰਦੀ ਹੈ, ਅਤੇ ਵੈਰੀ ਅਫੋਰਡੇਬਲ ਐਜ਼ ਲੌਂਗ ਐਜ਼ ਦਾ ਵਰਕ ਇਜ਼ ਪੁੱਟ ਇਨ। ਅਤੇ ਇਹ ਜਿਹੜੀ
ਜਦੋਂ ਅਸੀਂ ਲੇਬਰ ਹੀ ਨਹੀਂ ਲਗਾਈ, ਬਾਅਦ ਦੇ ਵਿੱਚੋਂ ਅਸੀਂ ਆਪ ਹੀ ਹੱਥੀਂ ਕੰਮ ਕੀਤਾ ਅਤੇ ਪੂਰਾ ਸਾਰਾ ਦਿਨ ਅਸੀਂ ਖੇਤ ਦੇ ਵਿੱਚ ਕੰਮ ਕੀਤਾ, ਤਾਂ ਸਾਡੀ ਜਿਹੜੀ ਮਤਲਬ ਕਿ ਸਿਹਤ ਹੈ ਉਹ ਬਹੁਤ ਚੰਗੀ ਬਣੀ ਰਹਿੰਦੀ ਹੈ। ਤਾਂ ਇਹ ਬਹੁਤ ਵਧੀਆ ਕਿਸਮ ਦੀ ਖੇਤੀ ਹੈ, ਆਤਮ ਨਿਰਬਾਹ ਖੇਤੀ ਹੈ ਜਿਹੜੀ ਇਸ ਨੂੰ ਆਪਾਂ ਕਹਿੰਦੇ ਹੈਗੇ ਹਾਂ। ਪਰ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਜਿਹੜਾ ਹੈਗਾ ਲੇਬਰ ਵਗੈਰਾ ਦੇ ਅਸੀਂ ਦੇਖਦੇ ਹਾਂ, ਅਤੇ ਹੌਲੀ ਹੌਲੀ ਜਦੋਂ ਅਸੀਂ ਦੂਸਰੀਆਂ ਜਿਹੜੀਆਂ ਖੇਤੀਆਂ ਦੇ ਵਿੱਚ ਪੈ ਗਏ ਆ, ਪਰ ਜਦੋਂ ਮਨੁੱਖ ਨੇ ਖੇਤੀ ਕਰਨੀ ਸ਼ੁਰੂ ਕੀਤੀ ਸੀ ਤਾਂ ਤਕਰੀਬਨ ਇਸ ਤਰ੍ਹਾਂ ਦੀ ਖੇਤੀ ਹੀ ਜਿਹੜੀ ਹੈ ਉਹ ਪਹਿਲਾਂ ਹੋਂਦ ਵਿੱਚ ਆਈ ਸੀ। ਇਹਦੇ ਵਿੱਚ ਜਿਹੜੀਆਂ ਪ੍ਰੋਡਕਟਸ ਨੇ, ਜਿਹੜੀਆਂ ਸਾਡੀਆਂ ਉਪਜਾਂ ਨੇ, ਉਹ ਆਪਸ ਦੇ ਵਿੱਚ ਜਿਹੜੀਆਂ ਸ਼ੇਅਰ ਹੈ ਜਿਹੜੀਆਂ ਉਹ ਹੋ ਜਾਂਦੀਆਂ ਸੀਗੀਆਂ। ਸੋ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇਹਦੇ ਉੱਤੇ ਕਿ ਮੈਜੋਰਿਟੀ ਆਫ ਫਾਰਮਰਸ ਇਨ ਦਾ ਕੰਟਰੀ ਪ੍ਰੈਕਟਿਸ ਸਬਸਿਸਟੈਂਸ ਫਾਰਮਿੰਗ। ਜ਼ਿਆਦਾਤਰ ਜਿਹੜੇ ਭਾਰਤ ਦੇ ਕਿਸਾਨ ਨੇ, ਕਿਉਂਕਿ ਸਾਡੇ ਜਿਹੜੀਆਂ ਖੇਤਾਂ ਦੀਆਂ ਜੋਤਾਂ ਨੇਗੀਆਂ ਉਹ ਬਹੁਤ ਛੋਟੀਆਂ ਨੇਗੀਆਂ, ਸੋ ਛੋਟੀਆਂ ਹੋਣ ਕਰਕੇ ਬਹੁਤੇ ਕਿਸਾਨ ਨੇ ਜਿਹੜੇ, ਜੇਕਰ ਮੈਂ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਦੀ ਗੱਲ ਕਰਾਂ, ਨਾਰਥ ਈਸਟਰਨ ਸਟੇਟਸ ਦੀ ਗੱਲ ਕਰਾਂ, ਤਾਂ ਅੱਗੇ ਅਸੀਂ ਦਿਖਾਵਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਐਗਰੀਕਲਚਰ ਹੈ ਕਿੱਥੇ ਕਿੱਥੇ ਕਿੰਨੇ % ਹੁੰਦਾ ਹੈਗਾ। ਤਾਂ ਉੱਥੇ ਜ਼ਿਆਦਾਤਰ ਮੈਜੋਰਿਟੀ ਆਫ ਫਾਰਮਰਸ ਨੇ, ਜਿਵੇਂ MP ਦੀ ਗੱਲ ਕਰੀਏ ਤਾਂ MP ਦੀ ਜਿਵੇਂ ਹੁਣ ਕਣਕ ਦੀ ਉਹ ਗੱਲ ਕਰੀਏ ਤਾਂ ਉੱਥੇ ਉਹ ਸਬਸਿਸਟੈਂਸ ਲੈਵਲ 'ਤੇ ਘੱਟ ਕਣਕ ਜਿਹੜੇ ਉਗਾ ਕੇ, ਪਰ ਉਹ ਵਧੀਆ ਤਰੀਕੇ ਨਾਲ ਉਗਾਉਂਦੇ ਨੇ। ਤਾਂ ਪਰ ਉਹ ਜਦੋਂ ਕਿਹਾ ਜਾਂਦਾ ਕਿ ਇਹ ਮੱਧ ਪ੍ਰਦੇਸ਼ ਦੀ ਕਣਕ ਹੈ, MP ਦੀ ਕਣਕ ਹੈ, ਤਾਂ ਉਹ ਪੰਜਾਬ ਦੇ ਵਿੱਚ ਈਵਨ ਕਿ ਅਸੀਂ ਲੋਕ ਵੀ ਕਣਕ ਉਗਾਉਂਦੇ ਹਾਂ, ਪਰ ਸਾਡੇ ਹੀ ਲੋਕ ਹੈ ਜਿਹੜੇ ਉਹ ਵੱਧ ਮੁੱਲ 'ਤੇ ਖਰੀਦਦੇ ਨੇ, ਕਿਉਂਕਿ ਉਹ ਲੋਕ ਹੈ ਜਿਹੜੇ ਬਹੁਤ ਘੱਟ ਰੇ ਸਪਰੇ ਯੂਜ਼ ਕਰਦੇ ਨੇ। ਇਟ ਇਜ਼ ਕਰੈਕਟਰਾਈਜ਼ਡ ਬਾਈ ਸਮਾਲ ਐਂਡ ਸਕੈਟਰਡ ਲੈਂਡ ਹੋਲਡਿੰਗਸ ਐਂਡ ਯੂਜ਼ ਆਫ ਪ੍ਰੀਮਿਟਿਵ ਟੂਲਸ। ਜਿਹੜੇ ਪੁਰਾਣੇ ਸਾਡੇ ਔਜ਼ਾਰ ਸੀਗੇ ਖੇਤੀਬਾੜੀ ਦੇ ਵਿੱਚ ਵਰਤਣ ਵਾਲੇ, ਅਤੇ ਇਹਨਾਂ ਦੀਆਂ ਜਿਹੜੀਆਂ ਲੈਂਡ ਹੋਲਡਿੰਗਸ ਨੇ ਉਹ ਬਹੁਤ ਛੋਟੀਆਂ ਹੁੰਦੀਆਂ ਨੇਗੀਆਂ, ਤਾਂ ਉਹੀ ਜਿਹੜਾ ਇਹ ਧੰਦਾ ਇਹ ਫਾਰਮਿੰਗ ਹੈ ਕਰਦੇ ਆ। ਐਜ਼ ਦਾ ਫਾਰਮਰਸ ਆਰ ਪੂਅਰ ਦੇ ਡੂ ਨਾਟ ਯੂਜ਼ ਫਰਟੀਲਾਈਜ਼ਰਸ। ਇਹਦੇ ਵਿੱਚ ਜਿਹੜੀ ਖਾਦ ਹੈ ਉਹ ਨੈਚੁਰਲ ਖਾਦ ਹੀ ਯੂਜ਼ ਹੁੰਦੀ ਹੈ। ਜਿਹੜੀ ਫਰਟੀਲਾਈਜ਼ਰਸ ਨੇ ਜਿਵੇਂ DAP ਵਗੈਰਾ ਆਉਂਦੀਆਂ ਨੇ ਜਾਂ ਯੂਰੀਆ ਵਗੈਰਾ ਆਉਂਦੀਆਂ ਨੇ, ਉਹ ਨਾਮਾਤਰ ਹੀ ਯੂਜ਼ ਹੁੰਦੀਆਂ ਨੇ। ਅਤੇ ਹਾਈ ਕੁਆਲਿਟੀ ਜਿਹੜੇ ਹਾਈ ਈਲਡਿੰਗ ਵਰਾਇਟੀ ਆਫ ਸੀਡਸ ਨੇ, ਜਿਨ੍ਹਾਂ ਨੂੰ ਅਸੀਂ BT ਬੀਜ ਵੀ ਕਹਿ ਦਿੰਦੇ ਹਾਂ, ਜਿਵੇਂ BT ਕਾਟਨ ਦੀ ਗੱਲ ਕਰਦੇ ਹਾਂ, ਤਾਂ ਉਹ ਇਹਦੇ ਵਿੱਚ ਨਹੀਂ ਯੂਜ਼ ਹੁੰਦੇ। ਜਿਵੇਂ ਮੈਂ ਜੇ ਕਣਕ ਦੀ ਦੇਸੀ ਬੀਜਾਂ ਦੀ ਗੱਲ ਕਰਾਂ ਤਾਂ ਬਸੰਤੀ ਅਤੇ ਸੰਧੌਸੀ 2 ਦੇਸੀ ਕਿਸਮ ਦੀਆਂ ਜਿਹੜੀਆਂ ਕਣਕਾਂ ਸੀਗੀਆਂ, ਜਿਹੜੀਆਂ ਅੱਜ ਅਲੋਪ ਹੀ ਹੋ ਗਈਆਂ, ਕਿਤੇ ਮਿਲਦੀਆਂ ਹੀ ਨਹੀਂ। ਠੀਕ ਹੈ, ਸੋ ਉਹਨਾਂ ਤੋਂ ਅੱਗੇ ਜਿਹੜੀਆਂ ਹਾਈਬ੍ਰਿਡ ਕੁਆਲਿਟੀ ਦੀ ਆਫ ਵੀਟ ਹੈ ਜਿਹੜੀਆਂ ਉਹ ਇਕੱਠੀਆਂ ਹੋ ਗਈਆਂ ਨੇਗੀਆਂ। ਇਨ ਦੇਅਰ ਫੀਲਡਸ ਟੂ ਐਕਸਟੈਂਟ ਦੇ ਸ਼ੁੱਡ ਡੂ। ਇਹਦੇ ਵਿੱਚ ਬਿਜਲੀ ਅਤੇ ਜਿਹੜੀ ਸਿੰਚਾਈ ਹੈ ਉਹ ਨਹੀਂ ਅਵੇਲੇਬਲ। ਸਾਰਾ ਦਾ ਸਾਰਾ ਜਿਹੜਾ ਡਿਪੈਂਡ ਕੀ ਕਰਦਾ ਹੈਗਾ, ਉਹ ਪੂਰੇ ਦਾ ਪੂਰਾ ਅਸੀਂ ਨੇਚਰ 'ਤੇ ਹੀ ਡਿਪੈਂਡ ਕਰਦੇ ਹਾਂ। ਨੇਚਰ ਤੋਂ ਵੱਲੋਂ ਜਿਹੜਾ ਮੀਂਹ ਹੈ ਜੇ ਪੈ ਗਿਆ ਤਾਂ ਉਹ ਫਸਲ ਜਿਹੜੀ ਚੰਗੀ ਹੋ ਜਾਂਦੀ ਹੈ। ਕਈ ਵਾਰ ਸੋਕਾ ਵੀ ਪੈ ਜਾਂਦਾ ਤਾਂ ਉਦੋਂ ਫਸਲ ਹੈ ਜਿਹੜੀ ਚੰਗੀ ਨਹੀਂ ਵੀ ਹੁੰਦੀ। ਅਤੇ ਇਹਦੇ ਵਿੱਚ ਜਿਹੜੇ ਟਰਡੀਸ਼ਨਲ ਜਿਹੜੇ ਕਈ ਲੋਕ ਨੇ ਇਸ ਖੇਤੀਬਾੜੀ ਨਾਲ ਜੁੜੇ ਹੋਏ, ਜਿਵੇਂ ਮੱਧ ਪ੍ਰਦੇਸ਼ ਦੇ ਵਿੱਚ, ਤਾਂ ਉਹ ਧਾਰਮਿਕ ਲੋਕ ਕਈ ਹੋਰ ਟਰਡੀਸ਼ਨ ਦੇ ਨਾਲ ਵੀ ਜੁੜੇ ਹੋਏ ਨੇਗੇ। ਈਵਨ ਕਿ ਦੇ ਬਿਲੀਵ ਇਨ ਸਮ ਸੁਪਰਸਟੀਸ਼ੀਅਸ ਜਿਹੜੇ ਕਾਜ਼ਜ਼ ਨੇਗੇ, ਉਹਨਾਂ ਨਾਲ ਵੀ ਜਿਹੜੇ ਉਹ ਬਿਲੀਵ ਕਰਦੇ ਨੇਗੇ, ਉਹਨਾਂ ਧਾਰਾਂ 'ਚ ਬਿਲੀਵ ਕਰਦੇ ਹੈਗੇ ਨੇ। ਐਂਡ ਦੇ ਡਿਪੈਂਡ ਔਨ ਟੋਟਲੀ ਔਨ ਦਾ ਡਿਫਰੈਂਟ ਟਾਈਪ ਆਫ ਟਰਡੀਸ਼ਨਸ। ਤਾਂ ਉਹ ਮੀਂਹ ਪਵਾਉਣ ਦੇ ਲਈ ਯੱਗ ਵਗੈਰਾ, ਜਿਵੇਂ ਪੰਜਾਬ ਦੇ ਵਿੱਚ ਆਪਾਂ ਇੱਕ ਗੁੱਡੀ ਫੂਕਣਾ ਕਹਿ ਦਿੰਦੇ ਹਾਂ ਜਦੋਂ ਮੀਂਹ ਨਹੀਂ ਪੈਂਦਾ ਤਾਂ ਫਸਲਾਂ, ਪਰ ਅੱਜ ਕੱਲ੍ਹ ਪੰਜਾਬ ਦੇ ਵਿੱਚ ਅਸੀਂ ਟਿਊਬਲ ਇਰੀਗੇਸ਼ਨ ਤਾਂ ਕਿਤੇ ਗੁੱਡੀ ਫੂਕਣਾ ਵਗੈਰਾ ਇਸ ਤਰ੍ਹਾਂ ਦੇ ਕਲਚਰ 'ਚੋਂ ਵੀ ਦੂਰ ਹੁੰਦੇ ਪਿੰਡਾਂ 'ਚੋਂ ਜਾ ਰਹੇ ਹਾਂ। ਸੱਥਾਂ ਜਿਹੜੀਆਂ ਉਹ ਪਿੰਡਾਂ ਦੇ ਵਿੱਚੋਂ ਮੁੱਕ ਗਈਆਂ ਨੇਗੀਆਂ, ਜਿਹੜੀਆਂ ਕਿ ਅਸੀਂ ਲਾਈਫ ਸਟਾਕ ਦੇ ਲਈ ਅਸੀਂ ਰੱਖੀਆਂ ਹੋਈਆਂ ਸੀਗੀਆਂ। ਸੋ ਅੱਜ ਕੱਲ੍ਹ ਹੋਰ ਪਾਸੇ ਵੱਲ ਜਿਹੜਾ ਟਰੈਂਡ ਹੈ ਉਹ ਜਾ ਰਿਹਾ। ਸਬਸਿਸਟੈਂਸਿੰਗ ਤੋਂ ਅੱਜ ਕੱਲ੍ਹ ਅਸੀਂ ਬਹੁਤ ਦੂਰ ਚਲੇ ਗਏ ਹਾਂ। ਪੰਜਾਬ ਦੇ ਵਿੱਚ ਤਾਂ ਬਿਲਕੁਲ ਹੀ ਦੂਰ ਚਲੇ ਗਏ ਹਾਂ, ਅਤੇ ਹੁਣ ਕਿਤੇ ਨਾ ਕਿਤੇ ਮੁੜ ਸਾਨੂੰ ਉਸ ਵੱਲ ਆਉਣ ਦੀ ਲੋੜ ਹੈਗੀ ਹੈ। ਅੱਗੇ ਫੀਚਰਸ ਦੀ ਗੱਲ ਕਰੀਏ ਜੇ ਸਬਸਿਸਟੈਂਸ ਆਫ ਫਾਰਮਿੰਗ ਦੀ, ਤਾਂ ਦ ਹੋਲ
ਫੈਮਿਲੀ ਵਰਕਸ ਔਨ ਦਾ ਫਾਰਮ, ਪੂਰਾ ਪਰਿਵਾਰ ਖੇਤ 'ਚ ਕੰਮ ਕਰਦਾ ਹੈ। ਦਾ ਮੋਸਟ ਆਫ ਦਾ ਵਰਕ ਇਜ਼ ਡਨ ਮੈਨੂਅਲੀ, ਸਾਰੇ ਜ਼ਿਆਦਾਤਰ ਕੰਮ ਹੱਥੀਂ ਕੀਤੇ ਜਾਂਦੇ ਨੇ। ਖੇਤਾਂ ਦਾ ਸਾਈਜ਼ ਬੜਾ ਛੋਟਾ ਹੁੰਦਾ ਹੈ। ਸੇਲੀਐਂਟ ਫੀਚਰਸ ਨੇ ਜਿਹੜੇ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਉਪਜ ਬਹੁਤ ਜ਼ਿਆਦਾ ਨਹੀਂ ਹੁੰਦੀ ਪਰ ਖਾਣ ਲਾਇਕ ਬਹੁਤ ਵਧੀਆ ਹੁੰਦੀ ਹੈ, ਅਤੇ ਜ਼ਿਆਦਾਤਰ ਉਪਜ ਪਰਿਵਾਰ ਦੁਆਰਾ ਖਪਤ ਕੀਤੀ ਜਾਂਦੀ ਹੈ। ਸਟੋਰੇਜ ਕਰਨ ਦਾ ਇਹਦੇ ਵਿੱਚ ਕੋਈ ਜ਼ਿਆਦਾ ਨਹੀਂ ਹੁੰਦਾ। ਹਾਂ, ਐਕਸਚੇਂਜ ਜ਼ਰੂਰ ਕਰ ਲੈਂਦੇ ਨੇਗੇ, ਜਿਵੇਂ ਕਿਸੇ ਨੇ ਮਿਰਚਾਂ ਲਾ ਲਈਆਂ, ਦੂਸਰੇ ਨੇ ਹਲਦੀ ਲਾਈ ਹੈ, ਆਪਸ 'ਚ ਉਹਨੀਆਂ ਮਿਰਚਾਂ ਦੇ ਦਿੱਤੀਆਂ, ਹਲਦੀ ਆਪਸ 'ਚ ਉਹਨਾਂ ਨੇ ਐਕਸਚੇਂਜ ਆਫ ਜਿਹੜੀ ਪ੍ਰੋਡਕਟਸ ਨੇ ਉਹ ਕਰ ਸਕਦੇ ਹੈਗੇ ਆ। ਅੱਗੇ ਵਿਦਿਆਰਥੀਓ, ਜਿਹੜੀ ਦੂਸਰੀ ਅਸੀਂ ਫਾਰਮਿੰਗ ਦੀ ਗੱਲ ਕਰਦੇ ਹਾਂ ਜਾਂ ਦੂਸਰੇ ਐਗਰੀਕਲਚਰ ਦੀ ਗੱਲ ਕਰਦੇ ਹਾਂ, ਦੈਟ ਇਜ਼ ਦਾ ਸ਼ਿਫਟਿੰਗ ਐਗਰੀਕਲਚਰ। ਸ਼ਿਫਟਿੰਗ ਐਗਰੀਕਲਚਰ ਕੀ ਹੈ? ਇਸ ਐਗਰੀਕਲਚਰ ਦੇ ਵਿੱਚ, ਇਨ ਦਿਸ ਟਾਈਪ ਆਫ ਐਗਰੀਕਲਚਰ, ਫਸਟ ਆਫ ਆਲ ਅ ਪੀਸ ਆਫ ਫੋਰੈਸਟ ਲੈਂਡ ਇਜ਼ ਕਲੀਅਰਡ। ਠੀਕ ਹੈ, ਸੋ ਜਿਹੜਾ ਫੋਰੈਸਟ ਲੈਂਡ ਦਾ ਹੈ ਉਹ ਕਲੀਅਰ ਕੀਤਾ ਜਾਂਦਾ ਹੈ। ਆਹ ਤੁਸੀਂ ਦੇਖ ਰਹੇ ਹੋ, ਇੱਥੇ ਮੈਂ ਹਾਈਲਾਈਟ ਵੀ ਕਰ ਰਿਹਾ। ਉਹਨੂੰ ਕੀਤਾ ਜਾਂਦਾ ਕਿ ਕੱਟ ਕੇ ਕੁਛ ਦਰਖਤ ਕੱਟ ਦਿੱਤੇ ਜਾਂਦੇ ਨੇ, ਦਰਖਤ ਘਾਹ ਫੂਸ ਵੀ ਉੱਥੋਂ ਦਾ ਉਹਨਾਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਸਾਫ਼ ਕਰ ਲਿਆ ਜਾਂਦਾ ਹੈ। ਸਾਫ਼ ਕਰਕੇ ਉੱਥੇ ਫਿਰ ਜਿਹੜੇ ਉੱਥੋਂ ਦੇ ਲੋਕ ਨੇ ਉਹ ਛਿੱਟਾ ਦੇ ਖੇਤੀ ਕਰਦੇ ਨੇ। ਛਿੱਟਾ ਦੇ ਦਾ ਫਸਲ ਹੋ ਗਈ, ਕੱਟ ਲਈ, ਜਿੰਨੀ ਕੁ ਹੋ ਗਈ ਗੁਜ਼ਾਰੇ ਜੋਗੀ, ਠੀਕ ਹੈ, ਅਤੇ ਉਨੀ ਕੁ ਫਸਲ ਹੈ ਉਹ। ਅਤੇ ਇਹ ਪ੍ਰੈਕਟਿਸ ਹੈ 2-3 ਸਾਲ ਤੱਕ ਚੱਲਦੀ ਹੈ, ਵੱਧ ਨਹੀਂ ਚੱਲਦੀ, ਕਿਉਂਕਿ ਜਿਹੜੀ ਫਰਟੀਲਿਟੀ ਆਫ ਸੋਇਲ ਹੈ ਉਹ 2-3 ਸਾਲਾਂ ਦੇ ਵਿੱਚ ਡਿਕਰੀਜ਼ ਹੋ ਜਾਂਦੀ ਹੈ। ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ ਕਿ ਜਦੋਂ ਫਰਟੀਲਿਟੀ ਆਫ ਸੋਇਲ ਡਿਕਰੀਜ਼ ਹੋ ਜਾਂਦੀ ਹੈ ਤਾਂ ਕੁਛ ਕੁ ਸਮਾਂ ਸਾਨੂੰ ਜਿਹੜਾ ਜ਼ਮੀਨ ਨੂੰ ਉਹ ਵਿਹਲਾ ਛੱਡਣਾ ਪੈਂਦਾ ਹੈ। ਅੱਜ ਕੱਲ੍ਹ ਅਸੀਂ ਇੰਟੈਂਸਿਵ ਫਾਰਮਿੰਗ ਜਿਵੇਂ ਕਰਦੇ ਹਾਂ, ਐਕਸਟੈਂਸਿਵ ਫਾਰਮਿੰਗ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੈ, ਅਸੀਂ DAP ਅਲੱਗ ਤੋਂ ਪਾਉਂਦੇ ਹਾਂ, ਯੂਰੀਆ ਅਲੱਗ ਤੋਂ ਪਾਉਂਦੇ ਹਾਂ, ਕਿਤੇ ਨਾ ਕਿਤੇ ਰੂੜੀ ਦੀ ਖਾਦ ਵੀ ਅੱਜ ਕੱਲ੍ਹ ਡੈਰੀ ਫਾਰਮਾਂ ਤੋਂ ਮਿਲ ਜਾਂਦੀ ਹੈ, ਉਹ ਵੀ ਪਾਉਂਦੇ ਹਾਂ। ਪਰ ਸਾਇਲ ਦੀ ਫਰਟੀਲਿਟੀ ਅਸੀਂ ਕਿਵੇਂ ਨਾ ਕਿਵੇਂ ਫਸਲ ਜ਼ਮੀਨ ਤੋਂ ਲੈ ਲੈਂਦੇ ਹਾਂ, ਪਰ ਇੱਥੇ ਇਸ ਤਰ੍ਹਾਂ ਦਾ ਨਹੀਂ ਇਸ਼ੂ, ਕਿਉਂਕਿ ਇਸ ਐਗਰੀਕਲਚਰ ਦੇ ਵਿੱਚ ਅੱਜ ਕੱਲ੍ਹ ਬਹੁਤ ਘੱਟ ਹੈ। ਅੱਜ ਕੱਲ੍ਹ ਸਿਰਫ ਨਾਰਥ ਈਸਟਰਨ ਸਟੇਟਸ ਦੇ ਵਿੱਚ ਹੀ ਇਹ ਜ਼ਿਆਦਾਤਰ ਕੀਤੀ ਜਾਂਦੀ ਹੈ। ਪਰ ਇੱਥੇ ਸਾਇਲ ਦੀ ਜਦੋਂ ਫਰਟੀਲਿਟੀ ਡਿਕਰੀਜ਼ ਹੋ ਜਾਂਦੀ ਹੈ, ਉਪਜਾਊਪਨ ਖਤਮ ਹੋ ਜਾਂਦਾ, ਤਾਂ ਉਸ ਨੂੰ ਫਿਰ ਵਿਹਲਾ ਛੱਡ ਦਿੰਦਾ, ਫਿਰ ਕੋਈ ਨਵੀਂ ਥਾਂ ਲੱਭ ਲਈ ਜਾਂਦੀ ਹੈ ਅਤੇ ਉੱਥੇ ਫਿਰ ਇਹ ਜਿਹੜੀ ਪ੍ਰੋਸੈਸ ਹੈ, ਸੇਮ ਪ੍ਰੋਸੈਸ ਹੈ, ਉਹ ਰਿਪੀਟ ਕੀਤੀ ਜਾਂਦੀ ਹੈ। ਮਤਲਬ ਕਿ ਸਥਾਈ ਇੱਕ ਜਗ੍ਹਾ ਖੇਤੀ ਨਹੀਂ ਹੈਗੀ। ਇਸ ਦੇ ਵਿੱਚ ਜਿਹੜੀਆਂ ਉਗਾਈ ਜਾਣ ਵਾਲੀਆਂ ਫਸਲਾਂ, ਜਿਵੇਂ ਉਹਦੇ ਵਿੱਚ ਮੈਂ ਕਹਾਂਗਾ ਕਿ ਸੁੱਕਾ ਝੋਨਾ ਜਿਹਦਾ ਬਿਨਾਂ ਪਾਣੀ ਤੋਂ ਹੁੰਦਾ ਹੈ, ਉਹ ਅਸੀਂ ਲਗਾ ਸਕਦੇ ਹਾਂ। ਮੱਕੀ, ਬਾਜਰਾ, ਸਬਜ਼ੀਆਂ, ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਆਮ ਕਰਕੇ ਉਗਾਈਆਂ ਜਾਂਦੀਆਂ ਨੇਗੀਆਂ, ਕਿਉਂਕਿ ਉਸ ਤੋਂ ਜਿੰਨਾ ਚਿਰ ਉਗਦੀਆਂ ਨੇ 2-3 ਸਾਲ, ਉਸ ਤੋਂ ਬਾਅਦ ਜਦੋਂ ਘਟ ਜਾਂਦੀਆਂ ਨੇ ਤਾਂ ਉਸ ਜ਼ਮੀਨ ਨੂੰ ਫਿਰ ਜਿਹੜਾ ਵਿਹਲਾ ਛੱਡ ਦਿੱਤਾ ਜਾਂਦਾ ਹੈਗਾ। ਆਹ ਤੁਹਾਨੂੰ ਮੈਂ ਇੱਕ ਤਸਵੀਰ ਦੇ ਨਜ਼ਰ ਕੀਤੀ ਹੈ ਤੁਹਾਡੇ, ਕਿ ਇਸ ਤਰ੍ਹਾਂ ਇਹ ਪੂਰੇ ਦਾ ਪੂਰਾ ਜਿਹੜਾ ਪਹਿਲਾਂ ਇੱਕ ਵਣ ਸੀਗਾ ਪੂਰੇ ਦਾ ਪੂਰਾ, ਅਤੇ ਉਸ ਨੂੰ ਫਿਰ ਅੱਗ ਲਾ ਦਿੱਤੀ ਗਈ, ਉਹ ਜਿਹੜੇ ਪੇੜ ਪੂੜ ਨੇ ਉਹ ਕੱਟ ਦਿੱਤੇ ਗਏ, ਅਤੇ ਇਸ ਤਰ੍ਹਾਂ ਥਾਂ ਵਿਹਲਾ ਕਰ ਲਿਆ, ਅਤੇ ਇਹ ਖੇਤੀਯੋਗ ਭੂਮੀ ਹੈ ਬਣਾ ਕੇ ਇੱਥੇ 2-3 ਸਾਲ ਤੱਕ ਖੇਤੀ ਜਿਹੜੇ ਹੈਗੇ ਨੇ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਫਿਰ ਕਿਸਾਨ ਜਿਹੜੇ ਹੈਗੇ ਨੇ ਇੱਥੇ ਉਹ ਅੱਗੇ ਹੋਰ ਕੋਈ ਥਾਂ ਲੱਭਦੇ ਨੇ, ਉੱਥੋਂ ਫਿਰ ਵਿਹਲਾ ਕਰ ਲੈਂਦੇ ਨੇ, ਫਿਰ ਉੱਥੋਂ ਕੀਤਾ ਜਾਂਦਾ। ਪਰ ਇਸ ਤਰ੍ਹਾਂ ਦੀ ਜਿਹੜੀ ਖੇਤੀ ਹੈ ਪੰਜਾਬ ਦੇ ਰੀਜਨ ਵਿੱਚ ਨਹੀਂ ਹੁੰਦੀ। ਤਾਂ ਇੱਥੇ ਮੈਂ ਤੁਹਾਨੂੰ ਦੱਸਿਆ ਵੀ ਸਟੇਟਸ ਦਿਖਾਈਆਂ ਨੇ ਕੋਈ ਵੀ ਜਿੱਥੇ ਇਸ ਤਰ੍ਹਾਂ ਦੀ ਖੇਤੀ ਨੂੰ ਸਲੈਸ਼ ਐਂਡ ਬਰਨ ਦਾ ਨਾਮ ਵੀ ਦਿੱਤਾ ਜਾਂਦਾ ਹੈਗਾ। ਆਪਣੇ ਜਿਹੜੇ ਇੰਡੀਅਨ ਸਟੇਟਸ ਨੇ ਇਹਦੇ ਵਿੱਚ ਇੱਕ ਝੂਮਿੰਗ ਜਿਹੜੀ ਹੈਗੀ ਹੈ ਖੇਤੀ ਦਾ ਨਾਮ ਦਿੱਤਾ ਜਾਂਦਾ। ਝੂਮਿੰਗ ਇਸ ਨੂੰ ਅਸਾਮ ਦੇ ਵਿੱਚ ਕਹਿੰਦੇ ਨੇਗੇ, ਪੋਨਮ ਇਹਨੂੰ ਕੇਰਲਾ ਦੇ ਵਿੱਚ ਕਹਿੰਦੇ ਨੇਗੇ, ਪੋਡੂ ਇਹਨੂੰ ਆਂਧਰਾ ਪ੍ਰਦੇਸ਼ ਵਿੱਚ ਕਹਿੰਦੇ ਨੇਗੇ, ਬਿਵਾੜ ਮਾਸ਼ਾ ਪੈਂਡਾ ਅਤੇ ਬੇਰਾ ਇਸ ਨੂੰ ਜਿਹੜਾ ਮੱਧਿਆ ਪ੍ਰਦੇਸ਼ ਦੇ ਵਿੱਚ ਕਹਿੰਦੇ ਨੇਗੇ। ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਕਿ ਝੂਮਿੰਗ ਇਹਨੂੰ ਅਸਾਮ ਦੇ ਵਿੱਚ ਕਿਹਾ ਜਾਂਦਾ ਜਿਹੜੀ ਸ਼ਿਫਟਿੰਗ ਐਗਰੀਕਲਚਰ ਹੈ, ਪੂਨਮ ਇਹਨੂੰ ਕੇਰਲਾ ਦੇ ਵਿੱਚ ਕਿਹਾ ਜਾਂਦਾ, ਪੋਡੂ ਇਹਨੂੰ ਆਂਧਰਾ ਪ੍ਰਦੇਸ਼ 'ਚ ਕਿਹਾ ਜਾਂਦਾ, ਬਿਵਾਰ ਮਾਸ਼ਾ ਅਤੇ ਪਿੰਡਾ ਬੇਰਾ ਇਹਨੂੰ ਮੱਧਿਆ ਪ੍ਰਦੇਸ਼ ਵਿੱਚ ਕਿਹਾ ਜਾਂਦਾ। ਇਸ ਨੂੰ ਸ਼ਿਫਟਿੰਗ ਐਗਰੀਕਲਚਰ ਕਿਹਾ ਜਾਂਦਾ। ਇੱਥੇ ਮੈਂ ਤੁਹਾਨੂੰ ਪਰਸੈਂਟੇਜ ਵੀ ਦਿਖਾਈ ਹੈ
ਇੱਥੇ ਕੋਸ਼ਿਸ਼ ਕੀਤੀ ਹੈ ਵੀ ਤੁਹਾਨੂੰ ਜਿਹੜੀ ਪਰਸੈਂਟੇਜ ਹੈ ਉਹ ਦਿਖਾਈ ਜਾ ਸਕੇ। ਨਾਗਾਲੈਂਡ ਦੇ ਵਿੱਚ ਇਸ ਤਰ੍ਹਾਂ ਦੀ 23% ਜਿਹੜੀ ਖੇਤੀ ਕੀਤੀ ਜਾਂਦੀ ਹੈ, ਅਰੁਣਾਚਲ ਪ੍ਰਦੇਸ਼ ਵਿੱਚ 13%, ਮਣੀਪੁਰ 'ਚ 21%, ਮਿਜ਼ੋਰਮ ਦੇ ਵਿੱਚ 22% ਖੇਤੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ, ਤ੍ਰਿਪੁਰਾ ਦੇ ਵਿੱਚ 3% ਖੇਤੀ ਕੀਤੀ ਜਾਂਦੀ ਹੈ, ਅਸਾਮ ਦੇ ਵਿੱਚ 8% ਅਤੇ ਮੇਘਾਲਿਆ ਦੇ ਵਿੱਚ 10%। ਐਂਡ ਇਹ ਸਾਰੀਆਂ ਨੂੰ ਅਸੀਂ 7 ਸਿਸਟਰਸ ਆਫ ਇੰਡੀਆ, ਇਹ ਜਿਹੜੀਆਂ ਸਟੇਟਸ ਨੇ ਇਹਨਾਂ ਨੂੰ ਕਿਹਾ ਜਾਂਦਾ ਹੈਗਾ। ਸੋ ਇਸ ਖੇਤੀ ਦੇ ਵਿੱਚ ਐਜ਼ ਫਾਰ ਐਜ਼ ਦ ਗਵਰਨਮੈਂਟ ਹੈਜ਼ ਟਰਾਈਡ ਟੂ ਡਿਸਕਰੇਜ ਦਿਸ ਪ੍ਰੈਕਟਿਸ ਟੂ ਆਫ ਕਲਟੀਵੇਸ਼ਨ ਬਾਈ ਟਰਾਈਬਲਸ ਡਿਊ ਟੂ ਵੇਸਟਫੁਲ ਨੇਚਰ such as soil erosion caused by it. When soil erosion caused by it, when soils are not under cultivation, government ਇਸ ਖੇਤੀ ਨੂੰ ਹੈ ਜਿਹੜੀ ਉਹ ਘਟਾ ਰਹੀ ਆ, ਹਾਂ, ਕਿਉਂਕਿ ਇਸ ਦੇ ਨਾਲ ਸਾਡੇ ਜਿਹੜੇ ਵਨ ਹੈ ਉਹ ਜਦੋਂ ਅਸੀਂ ਅੱਗ ਲਗਾ ਕੇ ਵਿਹਲੇ ਕਰਦੇ ਹਾਂ, ਠੀਕ ਹੈ, ਫਿਰ ਉਸ ਤੋਂ ਬਾਅਦ ਅਸੀਂ ਖੇਤੀ ਸ਼ੁਰੂ ਕਰਦੇ ਹਾਂ, ਤਾਂ ਇਸ ਦੇ ਨਾਲ ਕਾਫੀ ਸਾਡਾ ਜਿਹੜਾ ਸੋਇਲ ਐਰੋਜ਼ਨ ਅਤੇ ਡੀਫੋਰੈਸਟੇਸ਼ਨ ਹੁੰਦੀ ਹੈਗੀ। ਅਗਲਾ ਵਿਦਿਆਰਥੀਓ ਪਲਾਂਟੇਸ਼ਨ ਐਗਰੀਕਲਚਰ ਹੈ। ਪਲਾਂਟੇਸ਼ਨ ਐਗਰੀਕਲਚਰ ਸਿੰਪਲ ਗੱਲ ਹੈ ਕਿ ਇਹ ਫਾਰਮ ਆਫ ਇੰਡਸਟਰੀਲਾਈਜ਼ ਐਗਰੀਕਲਚਰ ਹੈ, ਠੀਕ ਹੈ। ਸੋ ਇਹਦੇ ਵਿੱਚ ਅਸੀਂ ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਵੀ ਇਹਦੇ ਵਿੱਚ ਬਨਾਨਾ, ਕੌਫੀ, ਸੋਇਆਬੀਨ, ਸ਼ੂਗਰ ਕੇਨ, ਕੋਕੋਆ ਅਤੇ ਵੈਜੀਟੇਬਲਸ ਕਈ ਤਰ੍ਹਾਂ ਦੀਆਂ ਹੈਗੀਆਂ ਨੇ, ਇਹ ਪਲਾਂਟੇਸ਼ਨ ਐਗਰੀਕਲਚਰ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਜ਼ਿਆਦਾਤਰ ਜਿਹੜੀ ਇਹ ਖੇਤੀ ਹੈ ਇਹ ਇੰਡਸਟਰੀਲਾਈਜ਼ ਐਗਰੀਕਲਚਰ ਦੀ ਫਾਰਮ ਦੇ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਮੋਸਟਲੀ ਇਹਦੇ ਵਿੱਚ ਜਿਹੜੀਆਂ ਪ੍ਰੋਡਕਟਸ ਨੇ ਉਹ ਉਗਾਈਆਂ ਜਾਂਦੀਆਂ ਨੇਗੀਆਂ, ਉਹ ਐਕਸਪੋਰਟ ਦੇ ਲਈ ਉਗਾਈਆਂ ਜਾਂਦੀਆਂ ਨੇ। ਆਪਾਂ ਕਹਿੰਦੇ ਵੀ ਬਾਹਰ ਭੇਜਣ ਦੇ ਲਈ। ਜਿਵੇਂ ਮੈਂ ਇੱਥੇ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਦੁਬਈ ਹੈ ਜਿਹੜੀ ਵਰਲਡ ਦੀ ਸਭ ਤੋਂ ਵੱਡੀ ਮਾਰਕੀਟ ਹੈ, ਤਾਂ ਉੱਥੇ ਜਿਹੜੀਆਂ ਮੌਲਾਂ ਦੇ ਵਿੱਚ ਇੰਡੀਆ ਦਾ ਜਿਹੜਾ ਬੈਸਟ ਵੈਰਾਈਟੀ ਆਫ ਫਰੂਟ ਹੈ, ਬੈਸਟ ਵੈਰਾਈਟੀ ਆਫ ਫਰੂਟ ਹੈ, ਵੈਜੀਟੇਬਲਸ ਨੇ, ਉਹ ਉੱਥੋਂ ਦੀ ਮਾਰਕੀਟ 'ਚ ਮਿਲਦੀਆਂ ਨੇ, ਈਵਨ ਕਿ ਇੰਡੀਆ ਦੀ ਮਾਰਕੀਟ 'ਚ ਤੁਹਾਨੂੰ ਨਹੀਂ ਮਿਲਦੀਆਂ। ਤਾਂ ਉਹ ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਵੀ ਉੱਥੇ ਇੰਨੀ ਕੁਆਲਿਟੀ ਦੇ ਵਿੱਚ ਇੰਡੀਆ ਦੇ ਵਿੱਚ ਜਦੋਂ ਪੁੱਛਦੇ ਹਾਂ ਵੀ ਕਿੱਥੋਂ ਆਈ ਹੈ ਤਾਂ ਕਹਿੰਦੇ ਨੇ ਇੰਡੀਆ ਦੇ ਵਿੱਚੋਂ ਆਈ ਹੈ। ਅਤੇ ਇਹ ਪਲਾਂਟੇਸ਼ਨ ਐਗਰੀਕਲਚਰ ਦੇ ਜਿਹੜਾ ਹੈਗਾ ਉਹ ਬਾਹਰ ਐਕਸਪੋਰਟ ਕਰਨ ਦੇ ਵਾਸਤੇ ਉਗਾਇਆ ਜਾਂਦਾ ਹੈਗਾ। ਪਲਾਂਟੇਸ਼ਨ ਫਾਰਮਿੰਗ ਹੈ ਜਿਹੜੀ ਉਹ ਸਾਡੇ ਭਾਰਤ ਦੇ ਵਿੱਚ ਬ੍ਰਿਟਿਸ਼ਰਸ ਨੇ ਸ਼ੁਰੂ ਕੀਤੀ ਸੀ 19th ਸੈਂਚਰੀ ਦੇ ਵਿੱਚ, ਅਤੇ ਇਟ ਇਜ਼ ਅ ਸਿੰਗਲ ਕ੍ਰੌਪ ਫਾਰਮਿੰਗ ਆਫ ਅ ਰਬਰ, ਟੀ, ਕੌਫੀ, ਕੋਕੋਆ, ਸਪਾਈਸਿਸ, ਕੋਕੋਨਟ। ਤਾਂ ਇਹਨਾਂ ਦੇ ਐਪਲਸ, ਗ੍ਰੇਪਸ, ਔਰੇਂਜਸ, ਠੀਕ ਹੈ, ਸੋ ਸੇਬ, ਅੰਗੂਰ ਹੋ ਗਏ, ਠੀਕ ਹੈ, ਸੰਤਰੇ ਹੋ ਗਏ, ਇਹਨਾਂ ਦੇ ਵਿੱਚੋਂ ਹੀ ਜਿਹੜੀਆਂ ਮਤਲਬ ਕਿ ਉਗਾਈਆਂ ਜਾਂਦੀਆਂ ਨੇ। ਤਾਂ ਇਹਦੇ ਨਾਲ ਜਿਹੜੀ ਕੈਪੀਟਲ ਇੰਟੈਂਸਿਵ ਹੈ ਅਤੇ ਡਿਮਾਂਡਸ ਗੁੱਡ ਮੈਨੇਜੇਬਿਲਿਟੀ ਹੈ, ਟੈਕਨੀਕਲ ਜਿਹੜਾ ਸਫਿਸਟੀਕੇਟਡ ਮਸ਼ੀਨਰੀ ਚਾਹੀਦੀ ਹੈ, ਫਰਟੀਲਾਈਜ਼ਰਸ ਵੀ ਚਾਹੀਦੇ ਨੇ ਇਹਦੇ ਵਿੱਚ, ਇਰੀਗੇਸ਼ਨ ਸਿੰਚਾਈ ਦੇ ਸਾਧਨ ਵੀ ਚਾਹੀਦੇ ਨੇਗੇ, ਟਰਾਂਸਪੋਰਟ ਫੈਸਿਲਿਟੀਜ਼ ਵੀ ਚਾਹੀਦੀਆਂ ਨੇਗੀਆਂ। ਸੋ ਪਲਾਂਟੇਸ਼ਨ ਐਗਰੀਕਲਚਰ ਇਜ਼ ਐਨ ਐਕਸਪੋਰਟ ਓਰੀਐਂਟਡ ਐਗਰੀਕਲਚਰ। ਇੱਥੇ ਮੈਂ ਗੱਲ ਲਿਖੀ ਹੈ ਕਿ ਜਿਹੜੀ ਇਹ ਪਲਾਂਟੇਸ਼ਨ ਐਗਰੀਕਲਚਰ ਹੈ, ਜਿੰਨੇ ਵੀ ਮੇਵੇ ਨੇ ਸਾਰੇ ਇਸ ਤਰ੍ਹਾਂ ਦੇ ਵਿੱਚ, ਇਸ ਤਰ੍ਹਾਂ ਦੇ ਐਗਰੀਕਲਚਰ ਵਿੱਚ ਹੀ ਉਗਾਏ ਜਾਂਦੇ ਨੇ, ਅਤੇ ਇਹ ਸਾਰੇ ਦੇ ਸਾਰੇ ਅਸੀਂ ਐਕਸਪੋਰਟ ਕਰਦੇ ਹਾਂ ਅਤੇ ਉਹਦੇ ਐਕਸਪੋਰਟ ਕਰਕੇ ਕਾਫੀ ਮੁਨਾਫਾ ਕਮਾਉਂਦੇ ਹਾਂ। ਨੈਚੁਰਲ ਰਬਰ ਹੋ ਗਈ, ਕੋਕੋਨਟ ਆਇਲ, ਪਾਮ ਟੀ, ਇਹ ਸਾਰੀਆਂ ਜਿਹੜੀਆਂ ਫਸਲਾਂ ਨੇ ਇਹਦੇ ਵਿੱਚ ਉਗਾਈਆਂ ਜਾਂਦੀਆਂ ਨੇ। ਅਤੇ ਪਲਾਂਟੇਸ਼ਨ ਐਗਰੀਕਲਚਰ ਹੈ ਜ਼ਿਆਦਾਤਰ ਟਰੋਪੀਕਲ ਏਰੀਆਜ਼ ਦੇ ਵਿੱਚ ਹੁੰਦਾ ਹੈ। ਟਰੋਪੀਕਲ ਏਰੀਆਜ਼ ਕਿੱਥੇ ਕਿਹੜੇ ਹੋਣਗੇ? ਜਿਹੜੀ ਇਕੁਏਟਰ ਦੇ ਬੋਥ ਸਾਈਡਸ 'ਤੇ, ਤਾਂ ਭਾਵ ਸਾਡੇ ਜੇ ਅਸੀਂ ਗੱਲ ਕਰੀਏ ਇੰਡੀਆ ਦੇ ਵਿੱਚ ਤਾਂ ਥੱਲੜੇ ਖਿੱਤੇ ਦੇ ਵਿੱਚ ਜਿਹੜੀ ਇਹ ਜ਼ਿਆਦਾ ਹੁੰਦੀ ਹੈ। ਜਿਵੇਂ ਆਪਾਂ ਕਰਨਾਟਕਾ ਦੀ, ਕੇਰਲਾ ਦੀ, ਕਰਨਾਟਕਾ ਦੀ ਗੱਲ ਕਰ ਲਈਏ, ਜਾਂ ਉੱਪਰ ਨਾਰਥ ਈਸਟਰਨ ਸਟੇਟ ਦੇ ਵਿੱਚੋਂ ਅਸਾਮ ਦੀ ਗੱਲ ਕਰ ਲਈਏ, ਉੱਥੇ ਟੀ, ਕੌਫੀ ਅਤੇ ਰਬਰ ਹੈ ਜਿਹੜੀ ਉਹ ਕਾਫੀ ਹੁੰਦੀ ਹੈ, ਅਤੇ ਉੱਥੇ ਹੀ ਉਹਨਾਂ ਦੀਆਂ ਜਿਹੜੀਆਂ ਫੈਕਟਰੀਆਂ ਨੇਗੀਆਂ ਉਹ ਲੱਗੀਆਂ ਹੋਈਆਂ ਨੇ ਪ੍ਰੋਸੈਸਿੰਗ ਵਾਸਤੇ। ਇੱਥੇ ਮੈਂ ਗੱਲ ਕਰਦਾ ਵੀ ਇਸ ਖਿੱਤੇ ਦੇ ਵਿੱਚ ਜਿਵੇਂ ਆਪਾਂ 7 ਸਿਸਟਰਸ ਆਫ ਇੰਡੀਆ ਕਹਿੰਦੇ ਹਾਂ, ਅਤੇ ਇਸ ਖਿੱਤੇ ਦੇ ਵਿੱਚ ਥੱਲੜੇ ਭਾਰਤ ਦੇ ਇਹ ਇਸ ਤਰ੍ਹਾਂ ਦੀ ਜਿਹੜੀ ਖੇਤੀ ਹੈ ਉਹ ਕੀਤੀ ਜਾਂਦੀ ਹੈ। ਜਿਵੇਂ ਨਾਰਥ ਈਸਟਰਨ ਇੰਡੀਆ ਹੋ ਗਿਆ, ਸਬ ਹਿਮਾਲਯਨ ਵੈਸਟ ਬੰਗਾਲ ਐਂਡ ਇਨ ਨੀਲਗਿਰੀ, ਅੰਨਾਮਲਾਈ, ਕਰਨਵਮ ਹਿਲਸ ਇਨ ਪੈਨਸਲਰ ਇੰਡੀਆ ਦੇ ਵਿੱਚ। ਅੱਗੇ ਇੰਟੈਂਸਿਵ ਫਾਰਮਿੰਗ ਦੀ ਗੱਲ ਆ ਜਾਂਦੀ ਹੈ। ਇੰਟੈਂਸਿਵ ਫਾਰਮਿੰਗ ਇੱਥੇ ਤਸਵੀਰਾਂ ਤੋਂ ਹੀ ਤੁਹਾਨੂੰ ਨਜ਼ਰ ਆਉਂਦਾ ਹੈ ਵਿਦਿਆਰਥੀਓ ਕਿ ਇੰਟੈਂਸਿਵ ਫਾਰਮਿੰਗ ਹੈ ਜਿਹੜੀ ਉਹ ਖਾਦ ਤੋਂ ਬਿਨਾਂ ਨਹੀਂ ਹੋ ਸਕਦੀ। ਇਹਦੇ ਵਿੱਚ ਬਹੁਤ ਸਾਰੀ ਸਾਨੂੰ ਜਿਹੜੀ ਮਸ਼ੀਨਰੀ ਵੀ ਯੂਜ਼ ਕਰ ਸਕਦੀ ਹੈ। ਹਾਈ ਈਲਡਿੰਗ ਵੈਰਾਈਟੀ ਆਫ ਸੀਡਸ ਨੇ ਜਿਹੜੇ ਇੱਥੇ ਮੈਂ ਤਸਵੀਰ ਦੇ ਵਿੱਚ ਤੁਹਾਨੂੰ ਲਗਾਇਆ ਕਿ ਜਿਹਦੇ ਵਿੱਚ ਹਾਈ ਈਲਡਿੰਗ ਵੈਰਾਈਟੀ ਆਫ ਸੀਡਸ ਨੇ।
ਸੋਧੀਆਂ ਹੋਈਆਂ ਬੀਜਾਂ ਦੀਆਂ ਜਿਹੜੀਆਂ ਕਿਸਮਾਂ ਵਰਤੀਆਂ ਜਾਂਦੀਆਂ ਨੇ ਤੇ ਇਹ ਮੈਕਨਾਈਜ਼ਡ ਐਗਰੀਕਲਚਰ ਹੈ, ਬੜੇ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ ਤੇ ਵੱਡੇ ਪੱਧਰ ਤੇ ਇਹਦੇ ਵਿੱਚ ਮੁਨਾਫਾ ਕੀਤਾ ਜਾਂਦਾ ਹੈ ਤੇ ਟ੍ਰੈਡੀਸ਼ਨਲ ਐਗਰੀਕਲਚਰ ਤੋਂ ਬਿਲਕੁਲ ਉਲਟਾ ਹੈ, ਜਿਹੜਾ ਕਿ ਅਜੋਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਐਗਰੀਕਲਚਰ ਹੀ ਜ਼ਿਆਦਾ ਕੀਤਾ ਜਾਂਦਾ ਹੈਗਾ। ਤਾਂ ਇਹ ਕਦੋਂ ਲਾਂਚ ਹੋਇਆ ਸੀਗਾ? ਇਹ ਪੈਕੇਜ ਪ੍ਰੋਗਰਾਮ ਦੇ ਤਹਿਤ ਲਾਂਚ ਹੋਇਆ ਸੀਗਾ। ਇਹਨੂੰ ਅਸੀਂ IADP ਦੇ ਨਾਮ ਤੋਂ ਵੀ ਜਾਣੇ ਜਾਂਦਾ ਹੈਗਾ ਤੇ ਗਵਰਨਮੈਂਟ ਨੇ ਐਕਸਪੈਰੀਮੈਂਟ ਕੀਤਾ ਸੀਗਾ। ਸੋ 1961 ਦੇ ਵਿੱਚ ਇਹ ਪ੍ਰੋਗਰਾਮ ਲਾਂਚ ਹੋਇਆ, ਪਰ ਉਸ ਤੋਂ ਬਾਅਦ ਇਹ ਜਿਹੜੀ ਫਿਲਾਸਫੀ ਸੀ ਇਹਦੇ ਵਿੱਚ ਕੀ ਸੀ ਵੀ ਫਾਰਮਰਸ ਨੂੰ ਜਿਹੜੇ ਲੋਨ ਤੇ ਸੀਡਸ ਪ੍ਰੋਵਾਈਡ ਕੀਤੇ ਜਾਣ, ਲੋਨ ਤੇ ਹੀ ਟਰੈਕਟਰਸ ਵਗੈਰਾ ਪ੍ਰੋਵਾਈਡ ਕੀਤੇ ਜਾਣ ਤੇ ਫੋਰਡ ਫਾਊਂਡੇਸ਼ਨ ਦੀ ਅਸਿਸਟੈਂਸ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਸਟਾਰਟ ਹੋਇਆ ਸੀ। ਬਟ ਲੇਟਰ ਔਨ ਇਸ ਪ੍ਰੋਗਰਾਮ ਦਾ ਨਾਮ ਚੇਂਜ ਹੋ ਕੇ IAAP ਰੱਖ ਦਿੱਤਾ ਗਿਆ, ਜਿਸ ਦਾ ਮਤਲਬ ਹੈ ਇੰਟੈਂਸਿਵ ਐਗਰੀਕਲਚਰ ਏਰੀਆ ਪ੍ਰੋਗਰਾਮ। ਪਹਿਲਾਂ ਕੀ ਸੀਗਾ? ਇੰਟੈਂਸਿਵ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ। ਠੀਕ ਹੈ, ਸੋ ਇਹ ਪੈਕੇਜ ਪ੍ਰੋਗਰਾਮ ਇਸ ਨੂੰ ਕਿਹਾ ਜਾਂਦਾ ਹੈ ਜਾਂ ਫੂਡ ਟੈਕਨੋਲੋਜੀ ਆਪਾਂ ਇਸ ਨੂੰ ਕਹਿ ਸਕਦੇ ਹਾਂ। ਸੋ ਫਾਰਮਰਸ ਦੇ ਲਈ ਇੱਕ ਵਰਦਾਨ ਸਿੱਧ ਹੋਇਆ ਸੀਗਾ। 1961 ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਵੀ 1966 ਦੇ ਵਿੱਚ ਗ੍ਰੀਨ ਰੈਵੋਲੂਸ਼ਨ ਆਈ ਸੀ ਤਾਂ ਭਾਰਤ ਦੇ ਵਿੱਚ ਬਹੁਤ ਵੱਡੀ ਪੱਧਰ 'ਤੇ ਜਿਹੜਾ ਉਤਪਾਦਨ ਹੈ ਉਹ ਸ਼ੁਰੂ ਹੋਇਆ ਸੀਗਾ। ਸੋ ਪੈਕੇਜ IADP ਜਿਹੜੀ ਐਕਸਪੈਂਡਡ ਹੋਈ ਲੇਟਰ ਔਨ ਨਿਊ ਇੰਟੈਂਸਿਵ ਐਗਰੀਕਲਚਰ ਏਰੀਆ ਤਾਂ ਇਹਦੇ ਵਿੱਚ ਜਿਹੜੀਆਂ 7 ਸਟੇਟਸ ਦੇ ਵਿੱਚ ਹੋਈਆਂ ਸੀਗੀਆਂ। ਅੱਗੇ ਥੱਲੇ ਮੈਂ ਦਿੱਤੀਆਂ ਹੋਈਆਂ ਨੇ: ਥੰਜੇਵਰ ਤਮਿਲਨਾਡੂ, ਵੈਸਟ ਗੋਦਾਵਰੀ ਆਂਧਰਾ ਪ੍ਰਦੇਸ਼, ਸ਼ਾਹਬਾਦ ਬਿਹਾਰ, ਰਾਏਪੁਰ ਮੱਧ ਪ੍ਰਦੇਸ਼, ਅਲੀਗੜ੍ਹ ਉੱਤਰ ਪ੍ਰਦੇਸ਼, ਲੁਧਿਆਣਾ ਪੰਜਾਬ ਦੇ ਵਿੱਚ ਤੇ ਪਾਲੀ ਰਾਜਸਥਾਨ ਦੇ ਵਿੱਚ। ਅੱਗੇ ਆਉਂਦਾ ਡਰਾਈ ਐਗਰੀਕਲਚਰ। ਸੋ ਡਰਾਈ ਐਗਰੀਕਲਚਰ ਨਾਮ ਤੋਂ ਹੀ ਪਤਾ ਲੱਗਦਾ ਹੈ ਵੀ ਇਹ ਸੁੱਕੀ ਖੇਤੀ ਜਿੱਥੇ ਬਹੁਤ ਹੀ ਘੱਟ ਵਰਖਾ ਹੁੰਦੀ ਹੈ। ਸੋ ਰੇਨਫਾਲ ਹੈ 750 ਤੋਂ ਲੈ ਕੇ 1150 ਜਿਹੜਾ ਮਿਲੀਮੀਟਰ ਦੇ ਵਿੱਚ ਹੁੰਦਾ ਹੈ। ਠੀਕ ਹੈ, ਤੋਂ ਵੱਧ ਤੋਂ ਵੱਧ ਆਪਾਂ 1150 ਮਿਲੀਮੀਟਰ ਤੱਕ ਜਿਹੜਾ ਇੱਥੇ ਰੇਨਫਾਲ ਹੁੰਦਾ ਹੈ। ਤਾਂ ਇਹਦੇ ਵਿੱਚ ਜਿਹੜੀਆਂ ਰੁੱਖੀਆਂ ਸੁੱਕੀਆਂ ਜਿਹੀਆਂ ਫਸਲਾਂ ਜਿਹੜੀਆਂ ਉਹ ਉਗਾਈਆਂ ਜਾ ਸਕਦੀਆਂ ਨੇਗੀਆਂ। ਸੋ ਅੱਗੇ ਆਪਾਂ ਇਹਦੇ ਜਿਹੜੀ ਡਰਾਈ ਲੈਂਡ ਐਗਰੀਕਲਚਰ ਦੀਆਂ ਥੋੜ੍ਹੀਆਂ ਜਿਹੀਆਂ ਕੰਜ਼ਰਵੇਸ਼ਨ ਆਫ ਮੈਕਸਚਰ ਦੀ ਗੱਲ ਹੁੰਦੀ ਹੈ, ਸੋਇਲ ਕੰਜ਼ਰਵੇਸ਼ਨ ਦੀ ਗੱਲ ਹੁੰਦੀ ਹੈ, ਕੰਟਰੋਲ ਆਫ ਇਨਪੁਟ ਕਾਸਟ ਦੀ ਜਿਹੜੀ ਗੱਲ ਹੈ ਉਹ ਹੁੰਦੀ ਹੈ। ਕੁਝ ਮੈਂ ਤੁਹਾਨੂੰ ਜਿਹੜੀਆਂ ਚੀਜ਼ਾਂ ਵਿਖਾਈਆਂ ਨੇਗੀਆਂ ਇੱਥੇ ਮਾਲਵਾ ਪਲੇਟੂ ਦੇ ਵਿੱਚ ਇਹਨਾਂ ਦੇ ਅਲਟਰਨੇਟ ਐਫੀਸ਼ੀਐਂਟ ਕ੍ਰੌਪਸ ਜਿਹੜੀਆਂ ਉਗਾਈਆਂ ਜਾ ਸਕਦੀਆਂ ਨੇ, ਚਾਰਟ ਦਿੱਤਾ, ਇਹ ਤੁਸੀਂ ਨਜ਼ਰ ਕਰ ਸਕਦੇ ਹੈਗੇ। ਅੱਗੇ ਵਿਦਿਆਰਥੀਓ ਮਿਕਸਡ ਅਤੇ ਮਿਕਸਡ ਮਲਟੀਪਲ ਐਗਰੀਕਲਚਰ ਦੀ ਗੱਲ ਕਰਦੇ ਆ। ਮਿਕਸ ਫਾਰਮਿੰਗ ਦੇ ਵਿੱਚ ਕਲਟੀਵੇਸ਼ਨ ਆਫ ਕ੍ਰੌਪਸ ਅਤੇ ਰੇਜ਼ਿੰਗ ਆਫ ਐਨੀਮਲਸ, ਇਹ ਦੋਨਾਂ ਨੂੰ ਇਕੱਠੇ ਕੀਤਾ ਜਾਂਦਾ ਹੈ। ਮਤਲਬ ਕਿ ਜਾਨਵਰਾਂ ਨੂੰ ਵੀ ਪਾਲਿਆ ਜਾਂਦਾ ਹੈ ਤੇ ਮਿਕਸ ਫਾਰਮਿੰਗ ਦੇ ਵਿੱਚ ਇੱਕੋ ਸਮੇਂ 'ਤੇ 2 ਕ੍ਰੌਪਸ ਵੀ ਜਿਹੜੀਆਂ ਉਹ ਕੀਤੀ ਜਾਂਦੀਆਂ ਨੇਗੀਆਂ। ਠੀਕ ਹੈ, ਸੋ ਇਹ ਉੱਥੇ ਹੀ ਕੀਤੀਆਂ ਜਾ ਸਕਦੀਆਂ ਨੇ ਜਿੱਥੇ ਬਹੁਤ ਵਧੀਆ ਜਿਹੜੀ ਵਰਖਾ ਪੈਂਦੀ ਹੈ ਅਤੇ ਬਹੁਤ ਵਧੀਆ ਮਤਲਬ ਕਿ ਮਿੱਟੀਆਂ ਹੈਗੀਆਂ ਨੇਗੀਆਂ। ਸੋ ਆਹ ਚਾਰਟ ਹੈ ਜਿਹੜਾ ਤੁਹਾਨੂੰ ਇੰਟਰ ਕ੍ਰੌਪਿੰਗ ਅਤੇ ਮਿਕਸ ਕ੍ਰੌਪਿੰਗ ਦਾ, ਇਹਦੇ ਵਿੱਚ ਨਜ਼ਰ ਕਰ ਲਓ ਜਲਦੀ ਕਿ ਕੀ ਫਰਕ ਹੈਗਾ। ਠੀਕ ਹੈ, ਸੋ ਇਹ ਮਿਕਸਡ ਕ੍ਰੌਪਿੰਗ ਅਤੇ ਇੰਟਰ ਕ੍ਰੌਪਿੰਗ ਦੀ ਗੱਲ ਹੁੰਦੀ ਹੈ। ਇੱਕ ਇੰਟਰ ਕ੍ਰੌਪ ਰੋਟੇਸ਼ਨ ਮਤਲਬ ਕਿ ਅਲੱਗ-ਅਲੱਗ ਫਸਲਾਂ ਦਾ ਜ਼ਮੀਨ ਦੀ ਜਿਹੜੀ ਉਪਜਾਊਪਣ ਨੂੰ ਬਰਕਰਾਰ ਰੱਖਣ ਵਾਸਤੇ ਅਸੀਂ ਕ੍ਰੌਪ ਰੋਟੇਸ਼ਨ ਵਰਤਦੇ ਹਾਂ। ਸੋ ਇਹਦੇ ਵਿੱਚ ਅਸੀਂ ਦਿਸ refers to growing of number of crops one after the other in fixed rotation and to maintain the fertility of soil. The rotation of crops may be complete in a year in some of the areas while it may involve more than 1 year or times is others. ਇਹਦੇ ਵਿੱਚ ਕਿਸ ਤਰ੍ਹਾਂ ਲਿਜੂਮੀਨੀਅਸ ਕ੍ਰੌਪਸ ਜਿਹੜੇ ਨਾਈਟ੍ਰੋਜਨ ਫਿਕਸ ਕਰਦੇ ਨੇ, ਅੱਗੇ ਮੈਂ ਤੁਹਾਨੂੰ ਚਾਰਟ ਵੀ ਦਿਖਾਇਆ ਵੀ ਕਿਸ ਤਰ੍ਹਾਂ ਨਾਈਟ੍ਰੋਜਨ ਹੈ ਜਿਹੜੀ ਉਹ ਫਿਕਸ ਅਸੀਂ ਕਰ ਸਕਦੇ ਹੈਗੇ ਹਾਂ। ਸੋ ਵਿਦਿਆਰਥੀਓ, ਇਹ ਜਿਹੜਾ ਟੌਪਿਕ ਹੈ ਥੋੜ੍ਹਾ ਜਿਹਾ ਹਟ ਕੇ ਸੀਗਾ। ਤੁਹਾਡੀ ਕਿਤਾਬ ਦੇ ਵਿੱਚ ਜਿਹੜਾ ਹੈਗੇ ਨੇ ਉਹ ਘੱਟ ਚੀਜ਼ਾਂ ਦਿੱਤੀਆਂ ਗਈਆਂ ਹੈਗੀਆਂ ਨੇ। ਕਲਾਸ ਦੇ ਵਿੱਚ ਆਪਾਂ ਅਸਲ 'ਚ ਗੱਲ ਕਰਦੇ ਹਾਂ ਟੈਰੇਸ ਕਲਟੀਵੇਸ਼ਨ ਦੀ। ਸੋ ਇਹ ਪਹਾੜਾਂ ਦੇ ਵਿੱਚ ਪਹਾੜੀ ਨੁਮਾ ਖੇਤੀ, ਆਪਾਂ ਪੌੜੀ ਨੁਮਾ ਖੇਤ ਬਣਾ ਕੇ ਕੀਤੀ ਜਾਂਦੀ ਹੈਗੀ ਹੈ, ਪਹਾੜਾਂ ਦੇ ਵਿੱਚ ਹੀ ਕੀਤੀ ਜਾਂਦੀ ਹੈ। ਸੋ ਇਹਦੇ ਵਿੱਚ ਕੋਈ ਛੋਟੇ ਖੇਤਾਂ ਦਾ ਸਾਈਜ਼ ਹੈ ਜਿਹੜਾ ਉਹ ਛੋਟਾ ਹੁੰਦਾ ਹੈ। ਆਹ ਤੁਹਾਨੂੰ ਜਿਹੜੀ ਪਿਕਚਰ ਦੇ ਵਿੱਚ ਵਿਖਾਇਆ ਹੈਗਾ। ਸੋ ਵਿਦਿਆਰਥੀਓ, ਉਮੀਦ ਹੈ ਵੀ ਅੱਜ ਦੇ ਇਸ ਲੈਕਚਰ ਤੋਂ ਤੁਸੀਂ ਤਕਰੀਬਨ 8 ਕਿਸਮਾਂ ਦੀ ਜਿਹੜੀ ਅਸੀਂ ਖੇਤੀ ਬਾਰੇ ਗੱਲ ਕੀਤੀ ਹੈ ਉਹ ਤੁਹਾਨੂੰ ਸਮਝ ਆਈ ਹੋਏਗੀ। ਸੋ ਤੁਸੀਂ ਆਪਣੀ ਅਧਿਆਪਕਾਂ ਦੀ ਜਿਹੜੀ ਮਦਦ ਦੇ ਨਾਲ ਹੈ ਇਸ ਨੂੰ ਹੋਰ ਡਿਟੇਲ ਦੇ ਵਿੱਚ ਕਿਤਾਬ ਦੇ ਵਿੱਚੋਂ ਕਰ ਸਕਦੇ ਹਾਂ। ਜੇ ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਤੁਸੀਂ
ਮੈਨੂੰ WhatsApp ਕਰ ਸਕਦੇ ਹੋ 9501101891 ਤੇ, ਤਾਂ ਕਿ ਤੁਹਾਨੂੰ ਮੈਂ ਜਿਹੜੀ ਹੈ ਇਹ PPT ਵੀ ਹੈ ਤੁਹਾਨੂੰ ਭੇਜ ਸਕੀਏ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ। ਸੋ ਮੈਨੂੰ ਲੱਗਦਾ ਇਹ ਲੈਕਚਰ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਪੂਰੀ ਡਿਟੇਲ ਦੇ ਵਿੱਚ ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਨਵੰਬਰ ਦੇ ਵਿੱਚ ਤੁਹਾਡੇ ਇਮਤਿਹਾਨ ਸ਼ੁਰੂ ਨੇ, ਸੋ ਉਸ ਇਮਤਿਹਾਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ। ਬੇਸ਼ੱਕ ਕਰੋਨਾ ਸਾਡੇ ਮਗਰ ਫਿਰ ਰਿਹਾ, ਪਰ ਤੁਹਾਡਾ ਫਿਊਚਰ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।